वाहिगुरू जी की फतेह। माफ़ी चाਹੁੰਦੇ ਅੱਜ ਦਾ ਪ੍ਰੋਗਰਾਮ ਜਿਹੜਾ ਥੋੜਾ ਜਿਹਾ ਲੇਟ ਹੋ ਗਿਆ। ਜਿਹੜਾ ਕੁਝ ਫੇਸਬੁੱਕ ਤੇ ਜਿਹੜੀ ਪ੍ਰੋਬਲਮ ਆ ਰਹੀ ਸੀ ਲਾਈਵ ਕਰਨ ਦੇ ਵਿੱਚ। ਸੋ ਆਪਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਜਿਹੜਾ ਅੱਜ ਦਾ ਜਿਹੜਾ ਪੰਥਕ ਸੱਤ ਪ੍ਰੋਗਰਾਮ ਲੈ ਕੇ ਇਹਦੇ ਵਿੱਚ ਇੱਕ ਆਪਾਂ ਅੱਜ ਬਹੁਤ ਹੀ ਅਹਿਮ ਤੇ ਇੱਕ ਜ਼ਰੂਰੀ ਗੱਲ ਕਰਨ ਜਾ ਰਹੇ ਹਾਂ ਕਿ ਜਿਵੇਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਹੀ ਜਿਹੜੇ ਪ੍ਰੋਟੈਸਟ ਚੱਲ ਰਹੇ ਆ, ਸਾਰੇ ਭਾਰਤ ਦੇ ਵਿੱਚ ਵੀ ਪ੍ਰੋਟੈਸਟ ਚੱਲ ਰਹੇ ਆ ਕਿ ਕਿਵੇਂ ਉੱਥੇ ਜਿਹੜੀ ਭਾਰਤ ਦੀ ਸਰਕਾਰ ਨੇ ਜਿਹੜਾ ਕਾਲਾ ਕਾਨੂੰਨ ਲੈ ਕੇ ਆਂਦਾ ਕਿਸਾਨਾਂ ਦੇ ਖਿਲਾਫ, ਜ਼ਿਮੀਂਦਾਰਾਂ ਦੀ ਜ਼ਮੀਨਾਂ ਖੋਹਣ ਦੇ ਲਈ। ਉਸੇ ਤਰੀਕੇ ਨਾਲ ਇੱਕ ਹੋਰ ਬੜਾ ਜਿਹੜਾ ਖਤਰਨਾਕ ਕਾਨੂੰਨ ਜਿਹੜਾ ਇੱਕ ਭਾਰਤ ਦੇ ਵਿੱਚ ਬਣਿਆ, ਉਸ ਦੇ ਬਾਰੇ ਆਪਾਂ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ। ਸੋ ਗੱਲਬਾਤ ਬਹੁਤ ਜ਼ਰੂਰੀ ਆ। ਸਭ ਤੋਂ ਪਹਿਲਾਂ ਤਾਂ ਜ਼ਰੂਰ ਤੁਸੀਂ ਇਹ ਵੀਡੀਓ ਜਿਹੜੀ ਹੈ ਵੱਧ ਤੋਂ ਵੱਧ ਸਾਰਿਆਂ ਨਾਲ ਸ਼ੇਅਰ ਕਰੋ ਤਾਂ ਜੋ ਸਾਰਿਆਂ ਤੱਕ ਜਿਹੜੀ ਇਹ ਜਾਣਕਾਰੀ ਇਹ ਪਹੁੰਚ ਸਕੇ ਜੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਦੱਸ ਦਿੰਦਾ ਕਿ ਆਪਣਾ ਜਿਹੜਾ ਫੇਸਬੁੱਕ ਪੇਜ 'ਤੇ ਜਿਹੜਾ TV ASP ਗਲੋਬਲ 'ਤੇ ਆਪਾਂ ਲਾਈਵ ਕਰ ਰਹੇ ਹਾਂ, ਪਰ ਜਿਹੜਾ ਮੇਨ ਆਪਾਂ ਪ੍ਰੋਗਰਾਮ ਦੇ ਥਰੂ ਕਰਦੇ ਹੁੰਦੇ ਹਾਂ ਉਹ ਅੱਜ ਨਹੀਂ ਕਰ ਰਹੇ ਕਿਉਂਕਿ ਨਿਊਯਾਰਕ ਤੋਂ ਵੀ ਲਾਈਵ ਪ੍ਰੋਗਰਾਮ ਚੱਲਣਾ। ਸੋ ਤੁਸੀਂ ਅੱਜ ਦਾ ਜਿਹੜਾ ਨੰਬਰ ਹੈਗਾ WhatsApp ਨੰਬਰ ਆ, ਤੁਸੀਂ ਨੋਟ ਕਰ ਲਓ, ਜਿਹੜਾ ਉੱਪਰ ਆ ਰਿਹਾ 6308638686। ਇੱਥੇ ਤੁਸੀਂ WhatsApp ਰਾਹੀਂ ਕਾਲ ਕਰਕੇ ਜਿਹੜਾ ਆਪਣੇ ਤੁਸੀਂ ਵਿਚਾਰ ਰੱਖ ਸਕਦੇ ਆ ਜੇ ਤੁਸੀਂ ਕੋਈ ਗੱਲਬਾਤ ਕਹਿਣੀ ਚਾਹੁੰਦੇ ਆ। ਸੋ ਅੱਜ ਦਾ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸਾਰੇ ਤੁਹਾਨੂੰ ਤੱਥਾਂ ਸਮੇਤ ਸਾਰੀ ਗੱਲਬਾਤ ਦੱਸਾਂਗੇ ਕਿ ਜਿਹੜਾ ਨਵਾਂ ਕਾਨੂੰਨ ਬਣਿਆ ਉਹ ਕਿਸ ਤਰਜ 'ਤੇ ਬਣਿਆ ਅਤੇ ਕੀ ਉਸ ਦਾ ਮਕਸਦ ਆ, ਕੀ ਉਸ ਕਾਨੂੰਨ ਰਾਹੀਂ ਉਹ ਕਰਨ ਜਾ ਰਹੇ ਆ। ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਔਰ ਆਪਾਂ ਅਕਸਰ ਹੀ ਇਹ ਗੱਲਬਾਤ ਕਰਦੇ ਹਾਂ ਕਿ ਜਿਹੜੀ ਮੋਦੀ ਗੌਰਮੈਂਟ ਜਿਹੜੀ ਹੈਗੀ ਆ ਉਹ ਕੀ ਜਿਹੜੀ ਹਿਟਲਰ ਦੇ ਜਿਹੜੀਆਂ ਆਈਡੀਓਲੋਜੀ ਨੂੰ ਜਿਹੜੀ ਅਡੋਪ ਕਰਕੇ ਜਿਹੜੀ ਚੱਲ ਰਹੀ ਹੈ, ਜੋ ਹਿਟਲਰ ਦੇ ਕੰਮ ਸੀ ਉਸ ਤਰੀਕੇ ਨਾਲ ਕੰਮ ਕਰ ਰਹੇ ਆ। ਅਤੇ ਅੱਜ ਦੇ ਵੀ ਜਿਹੜਾ ਇਹ ਨਵੇਂ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਇਸ ਦੇ ਵਿੱਚ ਵੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਹਿਟਲਰ ਦੇ ਸਮੇਂ 'ਤੇ ਕਿਹੜਾ ਕਾਨੂੰਨ ਬਣਿਆ ਸੀਗਾ ਅਤੇ ਕਿਸ ਤਰ੍ਹਾਂ ਉਸੇ ਦੀ ਨਕਲ ਕਰਕੇ, ਉਸੇ ਦੀ ਕਾਪੀ ਕਰਕੇ ਜਿਹੜਾ ਭਾਰਤ ਦੇ ਵਿੱਚ ਜਿਹੜਾ ਇਹ ਕਾਨੂੰਨ ਲਿਆਂਦਾ ਗਿਆ। ਸੋ ਸਭ ਤੋਂ ਪਹਿਲਾਂ ਤਾਂ ਦੇਖੋ ਤਾਂ ਜੋ ਜਿਹੜਾ ਤੁਹਾਨੂੰ ਉੱਥੋਂ ਪਤਾ ਲੱਗ ਸਕੇ ਕਿ ਕਿਹੜੀ ਹਿਟਲਰ ਦੇ ਸਮੇਂ ਜਿਹੜਾ ਕਿਹੜਾ ਕਾਨੂੰਨ ਬਣਿਆ ਸੀਗਾ। ਉਸ ਸਮੇਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਦੱਸ ਦਿੰਦਾ ਕਿ ਜਿਹੜੀ ਹਿਟਲਰ ਦੇ ਸਮੇਂ ਇੱਕ ਕਾਨੂੰਨ ਬਣਿਆ ਸੀਗਾ ਕਿ ਉਹਨਾਂ ਨੇ ਇੱਕ ਉੱਥੇ ਸਪੈਸ਼ਲ ਫੋਰਸ ਬਣਾਈ ਸੀ ਗੈਸਟੈਪੋ ਨਾਂ ਦੀ। ਅਤੇ ਸਭ ਤੋਂ ਪਹਿਲਾਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਜਿਹੜੀ ਗੈਸਟੈਪੋ ਦੀ ਜਿਹੜੀ ਆ ਤੁਹਾਡੇ ਨਾਲ ਮੈਂ ਵੀਡੀਓ ਰਾਹੀਂ ਸਾਂਝੀ ਕਰਦਾ। ਤੁਸੀਂ ਇਹ ਵੀਡੀਓ ਦੇਖੋ ਤਾਂ ਫਿਰ ਆਪਾਂ ਉਸ ਦੇ ਬਾਰੇ ਜਿਹੜੀ ਗੱਲਬਾਤ ਜਿਹੜੀ ਕਰਦੇ ਹਾਂ। ਇਹ ਜਿਹੜੀ ਹੈਗੀ ਆ ਗੈਸਟੈਪੋ ਦੀ ਹੈਗੀ ਆ। ਸਭ ਤੋਂ ਪਹਿਲਾਂ ਤਾਂ ਕਿ ਗੈਸਟੈਪੋ ਕੀ ਸੀਗੀ ਕਿ ਜਰਮਨ ਦੇ ਵਿੱਚ ਜਿਹੜੀ 1933 ਦੇ ਵਿੱਚ ਅਪ੍ਰੈਲ 1933 ਦੇ ਵਿੱਚ ਜਿਹੜੀ ਇੱਕ ਉਹਨੇ ਜਿਹੜੀ ਹਿਟਲਰ ਨੇ ਜਿਹੜੀ ਇੱਕ ਆਪਣੀ ਫੋਰਸ ਤਿਆਰ ਕੀਤੀ, ਸਪੈਸ਼ਲ ਫੋਰਸ। ਉਹ ਇੱਕ ਸਿੱਧੀ ਜਿੱਦਾਂ ਪੁਲਿਸ ਨੇ ਤਿਆਰ ਕੀਤੀ ਸੀਗੀ, ਉਹ ਕਿਸੇ ਵੀ ਜੁਡੀਸ਼ੀਅਲ ਆਰਡਰ ਤੋਂ ਬਿਨਾਂ, ਕਿਸੇ ਕੋਰਟ ਦੇ ਆਰਡਰ ਤੋਂ ਬਿਨਾਂ ਉਹ ਸਿਵੀਲੀਅਨਸ ਜਿਹੜੇ ਸੀਗੇ ਉਹਨਾਂ ਨੂੰ ਜਾ ਕੇ ਚੱਕ ਸਕਦੀ ਸੀ, ਉਹਨਾਂ ਦੇ ਵਾਰੰਟ ਕੱਢ ਸਕਦੀ ਸੀਗੀ, ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਸੀਗੀ। ਅਤੇ ਉਹਨਾਂ ਦੀ ਕੋਈ ਵੀ ਜਿਹੜਾ ਆਪਣੇ ਕੋਰਟ ਆ, ਕੋਈ ਵੀ ਉਹਨਾਂ ਦਾ ਸਿਸਟਮ ਆ ਜਿਹੜਾ ਉੱਤੇ ਲਾਗੂ ਨਹੀਂ ਹੁੰਦਾ ਸੀਗਾ। ਇਹ ਇੱਕ ਵੀਡੀਓ ਰਾਹੀਂ ਵੀ ਤੁਹਾਨੂੰ ਦਿਖਾਉਂਦੇ ਹਾਂ ਅਸੀਂ, ਤੁਸੀਂ ਇਹ ਵੀਡੀਓ ਰਾਹੀਂ ਦੇਖੋ ਕਿ ਕਿਸ ਤਰ੍ਹਾਂ ਜਿਹੜੀ ਗੈਸਟੈਪੋ 'ਤੇ ਕੰਮ ਕਰਦੀ ਸੀਗੀ।
ਉੱਥੋਂ ਦੀ ਗਸਟੈਪੋ ਸੀ ਉਹਦੀ ਛੋਟੀ ਜਿਹੀ ਜਾਣਕਾਰੀ ਜਿਹੜੀ ਇੱਕ ਵੀਡੀਓ ਦੇ ਵਿੱਚ ਦਿੱਤੀ ਆ। ਅਤੇ ਬਾਕੀ ਜਿਹੜਾ ਜਿੱਦਾਂ ਮੈਂ ਪਹਿਲਾਂ ਉਹ ਸ਼ੇਅਰ ਵੀ ਕੀਤਾ ਸੀਗਾ ਕਿ ਗਸਟੈਪੋ ਜਿਹੜੀ ਸੀਗੀ ਇੱਕ ਜਰਮਨ ਦੀ ਹਿਟਲਰ ਦੇ ਸਮੇਂ ਦੀ ਇੱਕ ਸਪੈਸ਼ਲ ਫੋਰਸ ਬਣੀ ਹੋਈ ਸੀਗੀ, ਜਿਹੜੀ ਕਿ ਕਿਸੇ ਵੀ ਸਿਵਿਲੀਅਨ ਨੂੰ ਜਿਹੜੀ ਵੀ ਆਵਾਜ਼ ਕੋਈ ਹਿਟਲਰ ਦੇ ਖਿਲਾਫ ਉੱਠਦੀ ਸੀਗੀ, ਉਹ ਬਿਨਾਂ ਕਿਸੇ ਵਾਰੰਟ ਤੋਂ ਬਿਨਾਂ ਕਿਸੇ ਕਾਨੂੰਨ ਤੋਂ ਉਹਨਾਂ ਨੂੰ ਜਾ ਕੇ ਜਿਹੜੇ ਉੱਥੋਂ ਚੱਕ ਸਕਦੇ ਸੀ ਔਰ ਉਹਨਾਂ ਨੂੰ ਚੱਕਦੇ ਸੀਗੇ। ਔਰ ਜਿਹੜਾ ਜੂਇਸ਼ ਦਾ ਜਿਹੜਾ ਯਹੂਦੀਆਂ ਦਾ ਜਿਹੜਾ ਕਤਲੇਆਮ ਹੋਇਆ ਉਸ ਸਮੇਂ ਦੇ ਵਿੱਚ ਜਿਹੜਾ ਗਸਟੈਪੋ ਦਾ ਉਹਦੇ ਵਿੱਚ ਜਿਹੜਾ ਬਹੁਤ ਵੱਡਾ ਰੋਲ ਸੀਗਾ। ਉਹ ਵੱਖੋ ਵੱਖ ਤਰੀਕੇ ਦੇ ਨਾਲ ਜਿਹੜੇ ਉਹਨਾਂ ਨੂੰ ਜਾ ਕੇ ਚੈਂਬਰਾਂ ਦੇ ਵਿੱਚ ਜਿਹੜਾ ਯਹੂਦੀਆਂ ਨੂੰ ਸਾੜਿਆ ਅਤੇ ਹੋਰ ਜਿਹੜਾ ਜ਼ੁਲਮ ਹੋਇਆ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਪਤਾ। ਪਰ ਆਪਾਂ ਇਸ ਦੀ ਗੱਲ ਕਿਉਂ ਕਰ ਰਹੇ ਹਾਂ, ਕਿਉਂਕਿ ਅਕਸਰ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜੀ RSS ਹੈਗੀ ਆ, ਜਿਹੜੀ ਉਹਦੀ ਆਈਡੀਓਲੋਜੀ ਹੈਗੀ ਉਹ ਹਿਟਲਰ ਦੀ ਆਈਡੀਓਲੋਜੀ ਹੈਗੀ ਆ। ਅਤੇ ਜਿਹੜੀ ਗਸਟੈਪੋ ਦੀ ਜਿਹੜੀ ਪੁਲਿਸ ਸੀਗੀ ਇਹਦਾ ਕੰਮ ਜਿਹੜੇ ਆਪਾਂ ਇੰਡੀਆ ਦੇ ਵਿੱਚ ਜਿਹੜਾ ਪਹਿਲਾਂ ਵੀ ਆਪਾਂ ਦੇਖਦੇ ਆ ਰਹੇ ਹਾਂ ਕਿ ਜਿਵੇਂ ਕਿ ਲਵ ਜਿਹਾਦ ਦਾ ਮਸਲਾ ਹੋਵੇ ਅਤੇ ਜਾਂ CIA ਕਾਨੂੰਨ ਬਣੇ ਜਿਹੜਾ ਸਿਟੀਜ਼ਨਸ਼ਿਪ ਦਾ ਜਿਹੜਾ ਹੋਵੇ ਮਸਲਾ ਹੋਵੇ, ਜਿਹੜਾ ਇਹ ਸਾਰੇ ਜੇ ਆਪਾਂ ਜਾ ਕੇ ਸਰਚ ਕਰਕੇ ਦੇਖਦੇ ਹਾਂ ਸਟੱਡੀ ਕਰਦੇ ਹਾਂ ਤਾਂ ਜਿਹੜੀ ਗਸਟੈਪੋ ਸੀਗੀ ਜਾਂ ਜਿਹੜੀ ਹਿਟਲਰ ਦਾ ਰਾਜ ਸੀਗਾ ਜਿਹੜੇ ਉਸ ਸਮੇਂ ਵੀ ਜਿਹੜੇ ਸਾਰੇ ਕੰਮ ਹੁੰਦੇ ਸੀਗੇ ਕਿ ਜਿਹੜੇ ਉੱਥੋਂ ਦੇ ਯਹੂਦੀ ਸੀਗੇ, ਜਿਹੜੇ ਜੂਇਸ਼ ਲੋਕ ਸੀਗੇ, ਜਿਹੜੇ ਉਹਨਾਂ ਦਾ ਜਿਹੜੇ ਨਿਊਜ਼ ਪੇਪਰ ਸੀਗੇ, ਉਹਨਾਂ ਦੇ ਜਿਹੜੇ ਮਾਲਕ ਸੀਗੇ, ਯਹੂਦੀ ਨਿਊਜ਼ ਪੇਪਰਾਂ ਦੇ ਮਾਲਕ ਸੀਗੇ, ਉਹਨਾਂ ਨੇ ਅਰੈਸਟ ਕਰ ਲਿਆ ਸੀਗਾ। ਉਹ ਨਿਊਜ਼ ਪੇਪਰ ਜਿਹੜੇ ਬੰਦ ਕਰਵਾਤੇ ਸੀਗੇ ਅਤੇ ਉਹਨਾਂ ਨੂੰ ਚੱਕ ਕੇ ਜਿਹੜਾ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਗਿਆ ਸੀਗਾ। ਜਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਦਾਖਲਾ ਵੀ ਜਿਹੜਾ ਯਹੂਦੀਆਂ ਦਾ ਜਿਹੜਾ ਉੱਥੇ ਹੋਣਾ ਬੰਦ ਹੋ ਗਿਆ ਸੀਗਾ। ਅਤੇ ਜਿਵੇਂ ਆਪਾਂ ਕੀ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ ਵੀ ਜੋ ਮੀਡੀਆ ਦਾ ਜੋ ਹਾਲ ਹੈਗਾ, ਆਪਾਂ ਅਕਸਰ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਵੀ ਜਿਹੜਾ ਇੰਡੀਆ ਮੀਡੀਆ ਸਾਰਾ ਜਿਹੜਾ ਉਹਨੂੰ ਗੋਦੀ ਮੀਡੀਆ ਵੀ ਕਿਹਾ ਜਾਂਦਾ ਕਿ ਉਹਨੂੰ ਮੀਡੀਆ ਸਾਰਿਆਂ ਨੂੰ ਕੰਟਰੋਲ ਕੀਤਾ ਹੋਇਆ। ਔਰ ਨਾਲ ਦੀ ਨਾਲ ਜਿਵੇਂ ਯਹੂਦੀਆਂ ਨੂੰ ਜਿਹੜਾ ਸੀਗਾ ਕਿ ਉਹ ਜਰਮਨ ਦੇ ਜਿਹੜੇ ਕਿਸੇ ਨਾਲ ਉੱਥੋਂ ਦੀ ਲੇਡੀਜ਼ ਦੇ ਨਾਲ ਜਿਹੜੀ ਉਹ ਮੈਰਿਜ ਨਹੀਂ ਕਰ ਸਕਦੇ ਸੀ, ਉਹਨਾਂ 'ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ। ਔਰ ਇੱਥੋਂ ਤੱਕ ਕਿ ਜਿਹੜੀ ਗਸਟੈਪੋ ਜਿਹੜੀ ਸੀਗੀ ਉਹਦਾ ਲੋਕਾਂ ਦੇ ਵਿੱਚ ਡਰ ਜਿਹੜਾ ਇੰਨਾ ਜ਼ਿਆਦਾ ਜਿਹੜਾ ਫੈਲ ਗਿਆ ਸੀਗਾ, ਇੰਨਾ ਜ਼ਿਆਦਾ ਡਰ ਵੱਧ ਗਿਆ ਸੀਗਾ ਕਿ ਕੋਈ ਵੀ ਜਿਹੜਾ ਹੈਗਾ ਉਹ ਸਰਕਾਰ ਦੀਆਂ ਜਿਹੜੀਆਂ ਹਿਟਲਰ ਦੇ ਖਿਲਾਫ ਆ ਜਿਹੜੀਆਂ ਕੋਈ ਬੋਲ ਨਹੀਂ ਸਕਦਾ ਸੀ। ਜਿਹੜਾ ਵੀ ਕੋਈ ਬੋਲਦਾ ਸੀਗਾ ਅਤੇ ਉਹ ਉਸ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਸੁੱਟ ਦਿੰਦੇ ਸੀ, ਕਿਉਂਕਿ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਸੀਗੀ, ਕੋਈ ਕੋਰਟ ਉਹਨਾਂ 'ਤੇ ਕਾਰਵਾਈ ਨਹੀਂ ਕਰ ਸਕਦਾ ਸੀਗਾ ਅਤੇ ਕੋਈ ਵੀ ਉਹਨਾਂ 'ਤੇ ਜਿਹੜੀ ਉਹ ਸਪੈਸ਼ਲ ਫੋਰਸ ਸੀਗੀ ਬਣੀ ਹੋਈ ਗਸਟੈਪੋ ਜਿਹੜੀ ਉੱਤੇ ਕੋਈ ਕਾਰਵਾਈ ਨਹੀਂ ਕਰ ਸਕਦਾ ਸੀਗਾ। ਇਸ ਤਰੀਕੇ ਨਾਲ ਉਹਨਾਂ ਨੇ ਜਿਹੜਾ ਵੀ ਕੋਈ ਚਾਹੇ ਉਹ ਧਾਰਮਿਕ ਲੈਵਲ 'ਤੇ ਹੋਵੇ, ਚਾਹੇ ਰਾਜਨੀਤਿਕ ਲੈਵਲ 'ਤੇ ਹੋਵੇ, ਚਾਹੇ ਉਹ ਕਿਸੇ ਵੀ ਲੈਵਲ 'ਤੇ ਹੋਵੇ, ਜਿਹੜਾ ਉਹਨਾਂ ਨੂੰ ਲੱਗਦਾ ਸੀਗਾ ਹਿਟਲਰ ਦੇ ਖਿਲਾਫ ਕਿਤੇ ਥੋੜ੍ਹਾ ਜਿਹਾ ਵੀ ਜਾ ਕੇ ਗੱਲਬਾਤ ਕਰਦਾ ਬੋਲਦਾ ਤਾਂ ਉਹਨਾਂ ਨੂੰ ਚੱਕ ਕੇ ਉਹ ਜੇਲ੍ਹਾਂ ਦੇ ਵਿੱਚ ਸੁੱਟ ਦਿੰਦੇ ਸੀਗੇ। ਅਤੇ ਉਹਨਾਂ ਦਾ ਜਿਹੜਾ ਉਹ ਪਤਾ ਤੱਕ ਨਹੀਂ ਲੱਗਦਾ ਸੀਗਾ ਕਿ ਕਿਸੇ ਨੂੰ ਅਰੈਸਟ ਕੀਤਾ ਜਾਂ ਨਹੀਂ ਕੀਤਾ, ਕਿਉਂਕਿ ਕੋਈ ਉਹਨਾਂ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਨਹੀਂ ਸੀਗੀ। ਕੋਈ ਜਿਹੜਾ ਉਹਨਾਂ ਨੂੰ ਇਹ ਕਿਸੇ ਨੂੰ ਜਵਾਬਦੇਹ ਨਹੀਂ ਸੀਗਾ, ਆਪਾਂ ਸਿੱਧੀ ਗੱਲ ਵਿੱਚ ਕਹਿ ਸਕਦੇ ਹਾਂ। ਆਪਾਂ ਜੇ ਗੱਲ ਕਰਦੇ ਹਾਂ ਭਾਰਤ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ, ਜਿੱਦਾਂ ਹੁਣ ਵੀ ਜਿਹੜਾ ਮੁੱਦਾ ਚੱਲ ਰਿਹਾ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ, ਉੱਥੇ ਆਪਣੇ ਭੈਣ ਭਰਾ ਜਿਹੜੇ ਬੈਠੇ ਹੋਏ ਆ ਪ੍ਰੋਟੈਸਟ ਕਰ ਰਹੇ ਆ। ਬਹੁਤ ਸਾਰੇ ਜਿਹੜੇ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਬਾਹਰੋਂ ਅਕਸਰ ਜਿਹੜੀ ਆਵਾਜ਼ ਉੱਠਦੀ ਹੈ ਕਿ ਆਜ਼ਾਦੀ ਤੋਂ ਬਿਨਾਂ ਕੋਈ ਹੱਲ ਨਹੀਂ, ਪਰ ਪੰਜਾਬ ਦੇ ਸ਼ਾਇਦ ਕੁਛ ਵੀਰ ਜਿਹੜੇ ਹੈਗੇ, ਚਾਹੇ ਉਹਨਾਂ ਦੀ ਮਜਬੂਰੀ ਕਹਿ ਲਓ ਜਾਂ ਕੁਛ ਉਹ ਲੋਕ ਜਿਹੜੇ ਹੈਗੇ ਆ ਉਹ ਚਾਹੁੰਦੇ ਆ ਕਿ ਸ਼ਾਇਦ ਅਸੀਂ ਕੁਛ ਨਾ ਕੁਛ ਇੱਥੋਂ ਹੱਲ ਕੱਢ ਲਾਂਗੇ ਅਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਸੁਖਾਲੇ ਹੋ ਸਕਦੇ ਹਾਂ। ਪਰ ਜੋ ਇਹ ਨਵਾਂ ਜੋ ਕਾਨੂੰਨ ਬਣਨ ਜਾ ਰਿਹਾ, ਇਹ ਐਡਾ ਖਤਰਨਾਕ ਕਾਨੂੰਨ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਜਿਹੜਾ, ਔਰ ਉਹ ਬਣਿਆ ਕਿੱਥੇ ਹੈਗਾ, ਉਹ ਜੋਗੀ ਦੇ ਉੱਤਰ ਪ੍ਰਦੇਸ਼ ਦੇ ਵਿੱਚ ਨਵਾਂ ਕਾਨੂੰਨ ਉਹਨਾਂ ਨੇ ਇੱਕ ਲਾਗੂ ਕੀਤਾ, ਜਿਹਦਾ ਨਾਮ ਹੈਗਾ, ਸ਼ਾਇਦ ਆਪਣੇ ਬਹੁਤੇ ਵੀਰਾਂ ਨੂੰ ਪਤਾ ਵੀ ਹੋਵੇ, ਪਰ ਆਪਾਂ ਕੁਛ ਤਾਂ ਜਿੱਥੇ ਕਰੋਨਾ ਦਾ ਕਹਿਰ ਚੱਲ ਰਿਹਾ ਸੀਗਾ, ਦੂਸਰੇ ਪਾਸੇ ਜਿਹੜਾ ਆਪਣੇ ਕਿਸਾਨਾਂ ਵੀਰਾਂ ਦਾ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ ਅੰਦੋਲਨ ਚੱਲ ਰਿਹਾ, ਆਪਣੇ ਜ਼ਿਆਦਾਤਰ ਆਪਣਾ ਧਿਆਨ ਸਾਰਿਆਂ ਦਾ ਉੱਧਰ ਆ ਅਤੇ ਹੋ ਸਕਦਾ ਸ਼ਾਇਦ ਬਹੁਤੀ ਜਾਣਕਾਰੀ ਨਾ ਹੋਵੇ। ਉਹਨਾਂ ਨੇ ਇੱਕ UPSSF 2020 ਐਕਟ ਕਰਕੇ ਇੱਕ ਪਾਸ ਕੀਤਾ ਉੱਤਰ ਪ੍ਰਦੇਸ਼ ਦੇ ਵਿੱਚ। ਜਿਹੜਾ ਐਕਟ ਹੈਗਾ ਉਹਦਾ ਹੈਗੇ ਕਿ ਇਹਦਾ ਮਤਲਬ ਜਿਹੜਾ ਹੈਗਾ ਕਿ ਇਹ ਉੱਤਰ ਪ੍ਰਦੇਸ਼ ਸਪੈਸ਼ਲ ਸਿਕਿਉਰਿਟੀ ਫੋਰਸ ਇੱਕ ਬਣਾਈ ਗਈ ਆ। ਉਹ ਜਿਹੜੀ ਸਪੈਸ਼ਲ ਸਿਕਿਉਰਿਟੀ ਫੋਰਸ ਬਣਾਈ ਗਈ ਆ ਉਸ ਨੂੰ ਇਹਨਾਂ ਨੇ ਪੂਰੇ ਜਿਹੜੇ ਹੱਕ ਦਿੱਤੇ ਆ ਕਿ ਉਹ ਐਕਟ ਪਾਸ ਹੋ ਚੁੱਕਿਆ, ਔਰ ਉਹਨਾਂ ਨੂੰ ਇਹ ਕਿਹਾ ਕਿ ਜੂਨ ਦੇ ਵਿੱਚ ਜਿਹੜਾ ਐਕਟ ਜਿਹੜਾ ਪਾਸ ਹੋ ਚੁੱਕਿਆ, ਪਰ ਉਹਨਾਂ ਨੂੰ ਇਹ ਕਿਹਾ ਕਿ ਇਹ 3 ਮਹੀਨਿਆਂ ਦੇ ਵਿੱਚ ਜਿਹੜੀ ਇਹ ਫੋਰਸ ਹੈ ਜਿਹੜੀ ਗਰਾਊਂਡ ਲੈਵਲ 'ਤੇ ਜਿਹੜੀ ਇਹ ਤਿਆਰ ਹੋ ਜਾਣੀ ਚਾਹੀਦੀ ਆ, ਔਰ ਤਿਆਰ ਹੋਣ ਜਾ ਰਹੀ ਹੈ ਉੱਥੇ।
ਔਰ ਉਹ ਜਿਹੜੀ ਫੋਰਸ ਆ, ਜਿੱਦਾਂ ਆਪਾਂ ਪੰਜਾਬ ਦੇ ਵੀ ਕਾਨੂੰਨਾਂ ਦੀ ਗੱਲ ਕਰਦੇ ਹਾਂ, ਕਾਲੇ ਕਾਨੂੰਨਾਂ ਦੀ ਗੱਲ ਕਰਦੇ ਹਾਂ ਕਿ ਕਿਵੇਂ ਜਦੋਂ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀਗੇ, ਕਿੱਦਾਂ ਜਿਹੜੇ ਸੀਗੇ ਆਪਣੇ ਨੌਜਵਾਨ ਵੀਰਾਂ ਨੂੰ ਜਿਹੜੇ ਘਰੋਂ ਚੱਕ ਕੇ ਲੈ ਜਾਂਦੇ ਸੀਗੇ ਜੇਲ੍ਹਾਂ ਦੇ ਵਿੱਚ, ਤੇ ਉਹਨਾਂ ਦਾ ਪਤਾ ਨਹੀਂ ਲੱਗਦਾ ਸੀਗਾ। ਪਰ ਕਿਤੇ ਨਾ ਕਿਤੇ ਫੇਰ ਵੀ ਆਪਾਂ ਜਿਹੜੀ ਉਸ ਤੋਂ ਹੀ ਉਮੀਦ ਕਰਦੇ ਸੀਗੇ ਕਿ ਕਿਤੇ ਨਾ ਕਿਤੇ ਕਾਨੂੰਨ ਰਾਹੀਂ ਜਾਂ ਕਿਸੇ ਤਰੀਕੇ ਰਾਹੀਂ ਜਿਹੜਾ ਉਹਨਾਂ ਦਾ ਜਿਹੜਾ ਜਿਹੜੀ ਜਾਣਕਾਰੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਮਿਲਦੀ ਸੀਗੀ ਕਿ ਉਹਨਾਂ ਦੀ ਗ੍ਰਿਫਤਾਰੀ ਪਾਈ ਆ, ਤੇ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਜਿਹੜਾ ਉੱਥੋਂ ਦਾ ਜਿਹੜਾ ਸੀਗਾ ਸਿਸਟਮ ਸੀਗਾ ਜਿਹੜਾ ਉਸ ਦਾ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਡਰ ਰਹਿੰਦਾ ਸੀਗਾ, ਤੇ ਵੀ ਸਾਡੀ ਕਿਤੇ ਨਾ ਕਿਤੇ ਗਾਂਹ ਜਾ ਕੇ, ਜਿੱਦਾਂ ਹੁਣ ਸੈਣੀ ਦੀ ਹੈ, ਚਾਹੇ ਉਹਦੇ 'ਤੇ ਕਾਰਵਾਈ ਨਹੀਂ ਹੋਣੀ, ਪਰ ਇੱਕ ਤਰੀਕੇ ਨਾਲ ਉਹ ਦੋਸ਼ੀ ਤਾਂ ਜਿਹੜਾ ਉਹ ਲੋਕਾਂ ਦੀ ਨਜ਼ਰਾਂ ਦੇ ਵਿੱਚ ਹੈਗਾ, ਜਾਂ ਲੋਕਾਂ ਉਹ ਸਮਝ ਰਹੇ ਆ ਵੀ ਕੋਈ ਉਮੀਦ ਕਰ ਰਹੇ ਆ ਕਿ ਸ਼ਾਇਦ ਉੱਥੇ ਕੋਈ ਨਾ ਕੋਈ ਕਾਰਵਾਈ ਹੋ ਜਾਏ। ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉੱਥੋਂ ਜਿਹੜਾ ਸਿਸਟਮ ਆ ਉੱਥੇ ਕਾਰਵਾਈ ਨਹੀਂ ਹੋਣੀ। ਪਰ ਜੋ ਇਹ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਐਕਟ ਲਾਗੂ ਕੀਤਾ, ਇਸ ਦੇ ਵਿੱਚ ਜਿਹੜੀ ਇਹ ਸਪੈਸ਼ਲ ਸਿਕਿਉਰਿਟੀ ਫੋਰਸ ਜਿਹੜੇ ਜੋਗੀ ਦੇ ਉੱਤਰ ਪ੍ਰਦੇਸ਼ ਦੇ ਵਿੱਚ ਬਣ ਰਹੀ ਆ, ਔਰ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਉਹ ਜਿਹੜੀ ਗਰਾਊਂਡ ਲੈਵਲ 'ਤੇ ਜਿਹੜੀ ਬਣ ਕੇ ਉਹਨਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ, ਉਸ ਨੂੰ ਇੰਨੀਆਂ ਜ਼ਿਆਦੀਆਂ ਤਾਕਤਾਂ ਦਿੱਤੀਆਂ ਹੋਈਆਂ ਕਿ ਬਿਨਾਂ ਕਿਸੇ ਕੋਰਟ ਦੇ ਆਰਡਰ ਤੋਂ, ਬਿਨਾਂ ਕਿਸੇ ਜੁਡੀਸ਼ੀਅਲ ਆਰਡਰ ਤੋਂ ਉਹ ਲੋਕਾਂ ਦੇ ਘਰਾਂ ਵਿੱਚ ਜਾ ਸਕਦੇ ਆ, ਕਿਸੇ ਨੂੰ ਵੀ ਘਰੋਂ ਚੱਕ ਕੇ ਲੈ ਕੇ ਆ ਸਕਦੇ ਆ, ਕਿਸੇ ਤੇ ਉਹਨਾਂ 'ਤੇ ਕੋਈ ਕੋਰਟ, ਕੋਈ ਸੁਪਰੀਮ ਕੋਰਟ, ਕੋਈ ਉਹਨਾਂ 'ਤੇ ਕਾਰਵਾਈ ਨਹੀਂ ਕਰ ਸਕਦਾ, ਕੋਈ ਉਹਨਾਂ ਨੂੰ ਜਵਾਬਦੇਹ ਨਹੀਂ ਬਣਾ ਸਕਦਾ। ਇੱਥੋਂ ਤੱਕ ਕਿ ਜੇ ਕਿਸੇ ਕੋਰਟ ਨੇ ਉਹਨਾਂ 'ਤੇ ਕੋਈ ਕਾਰਵਾਈ ਕਰਨੀ ਆ ਤੇ ਉਹਨੂੰ ਪਹਿਲਾਂ ਕੋਰਟ ਨੂੰ ਪਹਿਲਾਂ ਸਰਕਾਰ ਦੀ ਜਿਹੜੀ ਪਰਮਿਸ਼ਨ ਲੈਣੀ ਪਊਗੀ। ਸਰਕਾਰ ਤੋਂ ਪਰਮਿਸ਼ਨ ਲੈ ਕੇ ਤਾਂ ਕੋਈ ਕੋਰਟ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰ ਸਕਦਾ। ਪਰ ਜੋ ਸਰਕਾਰਾਂ ਦਾ ਆਪਾਂ ਨੂੰ ਸਿਸਟਮ ਹੈਗਾ ਕਿ ਜਿਹੜੀਆਂ ਸਰਕਾਰਾਂ ਇਹ ਆਪਣੀਆਂ ਫੋਰਸ ਤਿਆਰ ਕਰ ਰਹੀ ਆ, ਉਹ ਕਦੋਂ ਉਹਨਾਂ ਦੇ ਖਿਲਾਫ ਆ ਜਿਹੜੀ ਉਹ ਕਾਰਵਾਈ ਕਰਨ ਵਾਸਤੇ ਸਹਿਮਤ ਹੋਊਗੀ, ਜਾਂ ਕਦੋਂ ਉਹ ਇਜਾਜ਼ਤ ਦੇਣਗੇ ਵੀ ਹਾਂ ਉਹਨਾਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਕੀਤੀ ਜਾਵੇ। ਸੋ ਇਹ ਚੀਜ਼ਾਂ ਜਿਹੜੀਆਂ ਇਹ ਸਭ ਤੋਂ ਖਤਰਨਾਕ ਕਾਨੂੰਨ ਇਸੇ ਕਰਕੇ ਹੀ ਆ ਕਿ ਜਿਵੇਂ ਪਹਿਲਾਂ ਜਿਹੜੇ ਮਸਲੇ ਹੁੰਦੇ ਸੀਗੇ, ਆਪਾਂ ਕਹਿੰਦੇ ਆ ਚਾਹੇ ਉਹ ਪੰਜਾਬ ਦੇ ਵਿੱਚ ਹੋਣ, ਜਿਹੜੇ ਹੈਗੇ ਆ ਸ਼ਿਵ ਸੈਨਿਕ ਕੇ ਆ ਜਾਂ ਜਿਹੜੇ ਹੋਰ ਹੈਗੇ ਆ ਹੈ ਨਾ, ਉਹ ਚਾਹੇ ਉਹ ਗਊ ਹੱਤਿਆ ਦੇ ਨਾਂ 'ਤੇ ਜਿਹੜੇ ਲੋਕਾਂ 'ਤੇ ਜ਼ੁਲਮ ਕਰਦੇ ਆ, ਚਾਹੇ ਉਹ ਅਗਰ ਲੁਕਵੇਂ ਤੌਰ ਦੇ ਵਿੱਚ ਕਰਦੇ ਸੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਆ ਜਿਹੜੇ ਡਾਇਰੈਕਟ ਜਿਹੜੀ ਉਹਨਾਂ ਦੀ ਉਹ ਇਸ ਫੋਰਸ ਦੇ ਵਿੱਚ ਹੋਣਗੇ, ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਡਰ ਨਹੀਂ ਹੋਊਗਾ, ਕਿਸੇ ਤਰੀਕੇ ਦਾ ਕੋਈ ਭੈ ਨਹੀਂ ਹੋਊਗਾ, ਕੋਈ ਉਹਨਾਂ 'ਤੇ ਕਾਰਵਾਈ ਨਹੀਂ ਹੋਊਗੀ। ਉਹ ਕਿਸੇ ਨੂੰ ਵੀ ਘਰੋਂ ਚੱਕ ਕੇ ਲਿਜਾ ਕੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਆਪਣੇ ਉਹਨੂੰ ਟੌਰਚਰ ਕਰ ਸਕਦੇ ਆ, ਉਹਨਾਂ ਨੂੰ ਮਾਰ ਸਕਦੇ ਆ, ਕੋਈ ਉਹਨਾਂ ਤੱਕ ਦੇ ਕਾਰਵਾਈ ਜਿਹੜੀ ਨਹੀਂ ਹੋਊਗੀ। ਸੋ ਜਿਹੜਾ ਜੋਗੀ ਆਦਿੱਤਿਆਨਾਥ ਜਿਹੜਾ ਹੈਗਾ, ਜੋਗੀ ਹੈ ਜਿਹੜਾ, ਉਹ ਆਪਣਾ ਇਸ ਨੂੰ ਜਿਹੜਾ ਸਪੈਸ਼ਲ ਸਿਕਿਉਰਿਟੀ ਫੋਰਸ ਜਿਹੜਾ ਉਹਨੇ ਐਕਟ ਬਣਵਾਇਆ, ਜਿਹੜਾ ਸਪੈਸ਼ਲ ਸਿਕਿਉਰਿਟੀ ਫੋਰਸ ਬਣਾਉਣ ਜਾ ਰਿਹਾ, ਉਹ ਇਸ ਨੂੰ ਆਪਣਾ ਜਿਹੜਾ ਡਰੀਮ ਪ੍ਰੋਜੈਕਟ ਦੱਸ ਰਿਹਾ ਕਿ ਇਹ ਸਾਡਾ ਡਰੀਮ ਪ੍ਰੋਜੈਕਟ ਆ। ਹੁਣ ਡਰੀਮ ਪ੍ਰੋਜੈਕਟ ਇਸੇ ਕਰਕੇ ਹੀ ਹੈ ਕਿ ਉਹ ਆਪਣਾ ਜਿਹੜਾ ਹਿੰਦੂ ਰਾਸ਼ਟਰ ਦਾ ਜਿਹੜਾ ਆਪਣਾ ਲੈ ਕੇ ਚੱਲੇ ਹੋਏ ਆ, ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ। ਸੋ ਉਹ ਇਸੇ ਤਰੀਕੇ ਨਾਲ ਹੀ ਉਹਨਾਂ ਨੇ ਹਿੰਦੂ ਰਾਸ਼ਟਰ ਬਣਾਉਣਾ ਕਿ ਜਿਹੜੇ ਲੋਕੀ ਜਿਹੜੇ ਹੈਗੇ ਆ ਉਹਨਾਂ ਨੂੰ ਇੱਦਾਂ ਦੀਆਂ ਫੋਰਸਾਂ ਤਿਆਰ ਕਰਕੇ ਜੇਲ੍ਹਾਂ ਦੇ ਵਿੱਚ ਸੁੱਟ ਕੇ, ਤੇ ਉਹਨਾਂ ਨੂੰ ਜਿਹੜਾ ਮੁੜ ਕੇ ਉਹ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਕਾਰਵਾਈ ਉਹ ਉਹਨਾਂ 'ਤੇ ਕਰ ਸਕਦੇ ਆ। ਸੋ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਇਹ 26 ਅਪ੍ਰੈਲ ਜਿਹੜਾ 1933 ਨੂੰ ਜਦੋਂ ਗਸਟੈਫੋ ਦੀ ਜਿਹੜੀ ਜਦੋਂ ਇਹ ਜਿਹੜਾ ਬਣਿਆ, ਗਸਟੈਫੋ ਬਣਾਈ ਸੀਗੀ, ਉਹਨੇ ਵੀ ਜਿਹੜੀ ਲੋਕਾਂ ਦੇ ਵਿੱਚ ਇਸੇ ਤਰੀਕੇ ਨਾਲ ਜਿਹੜੀ ਦਹਿਸ਼ਤ ਪੈਦਾ ਕੀਤੀ ਸੀ, ਜਿੱਦਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਭਾਰਤ ਦੇ ਵਿੱਚ ਦਹਿਸ਼ਤ ਪੈਦਾ ਕੀਤੀ ਹੋਈ ਆ ਕਿ ਕੋਈ ਵੀ ਆ ਜਿਹੜਾ ਸਰਕਾਰ ਦੇ ਖਿਲਾਫ ਮੂੰਹ ਨਹੀਂ ਖੋਲ੍ਹ ਸਕਦਾ। ਕੋਈ ਵੀ ਆ ਜਦੋਂ ਜੇ ਕੋਈ ਸਰਕਾਰ ਦੇ ਖਿਲਾਫ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਜਿਹੜਾ ਹੈਗਾ ਜਿਹੜਾ ਗਦਾਰ ਕਹਿ ਕੇ, ਦੇਸ਼ ਦਾ ਗਦਾਰ ਕਹਿ ਕੇ ਜਿਹੜਾ ਉਸ 'ਤੇ ਜਿਹੜੀਆਂ ਭੰਡਣਾ ਸ਼ੁਰੂ ਕਰ ਦਿੱਤਾ ਜਾਂਦਾ, ਉਸ 'ਤੇ ਜਿਹੜੀਆਂ ਕਾਰਵਾਈਆਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿ ਇਹ ਜੀ ਦੇਸ਼ ਦੇ ਗਦਾਰ ਆ। ਠੀਕ ਇਸੇ ਤਰੀਕੇ ਨਾਲ ਜਿਹੜੀ ਉਸ ਸਮੇਂ ਜਿਹੜੀ ਗਸਟੈਫੋ ਸੀਗੀ, ਉਹ ਵੀ ਇਸੇ ਤਰੀਕੇ ਨਾਲ ਕੰਮ ਕਰਦੀ ਸੀਗੀ ਕਿ ਜਿਹੜੇ ਲੋਕ ਸੀਗੇ, ਜਦੋਂ ਵੀ ਕੋਈ ਉਹ ਸਰਕਾਰ ਦੇ ਖਿਲਾਫ ਮੂੰਹ ਖੋਲ੍ਹਦਾ ਸੀਗਾ ਤੇ ਉਹਨਾਂ ਨੂੰ ਉਹ ਫਿਰ ਉਹ ਚੱਕ ਕੇ ਲੈ ਜਾਂਦੇ ਸੀ, ਕਿਉਂਕਿ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕਰ ਸਕਦਾ ਸੀ। ਇੱਥੋਂ ਤੱਕ ਕਿ ਜੇ ਕੋਈ ਕਿਸੇ ਨੂੰ ਆਪਣਾ ਕੋਈ ਪਰਸਨਲ ਜਿਹੜਾ ਰੌਲਾ ਵੀ ਸੀਗਾ, ਜੇ ਕਿਸੇ ਨਾਲ ਕੋਈ ਲੜਾਈ ਸੀਗੀ, ਭਰਾ ਨੇ ਭਰਾ ਨੂੰ ਆਪਣੀ ਦੁਸ਼ਮਣੀ ਕੱਢਣ ਦੇ ਲਈ ਵੀ ਉਸ ਸਮੇਂ ਇਹ ਹੋਇਆ ਕਿ ਹਿਟਲਰ ਦੇ ਸਮੇਂ ਜਿਹੜੀ ਗਸਟੈਫੋ ਪੁਲਿਸ ਨੂੰ ਉਹ ਸ਼ਿਕਾਇਤ ਕਰ ਦਿੰਦੇ ਸੀ, ਅਤੇ ਗਸਟੈਫੋ ਪੁਲਿਸ ਜਿਹੜੀ ਸੀਗੀ ਉਹ ਸਪੈਸ਼ਲ ਜਿਹੜੀ ਫੋਰਸ ਸੀਗੀ ਹਿਟਲਰ ਦੀ, ਉਹ ਬਿਨਾਂ ਕੋਈ ਜਵਾਬਦੇਹੀ ਤੋਂ, ਬਿਨਾਂ ਕਿਸੇ ਡਰ ਤੋਂ ਉਹ ਆਣ ਕੇ ਉਹਨਾਂ ਨੂੰ ਉਹ ਚੱਕ ਕੇ ਲੈ ਜਾਂਦੇ ਸੀਗੀ।
ਤੇ ਜਿਹੜੇ ਧਾਰਮਿਕ ਆਗੂ ਸੀਗੇ, ਐਜੂਕੇਸ਼ਨ ਸਿਸਟਮ ਸੀਗਾ ਉਸ ਸਮੇਂ ਦਾ, ਉਸ ਦੇ ਵਿੱਚ ਵੀ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀਗਾ, ਇੰਨੀ ਦਹਿਸ਼ਤ ਜ਼ਿਆਦਾ ਫੈਲਾ ਦਿੱਤੀ ਸੀਗੀ ਕਿ ਇਤਿਹਾਸ ਦੇ ਰਾਹੀਂ ਤੁਸੀਂ ਜਿਹੜਾ ਹਿਟਲਰ ਨੂੰ ਜਿਹੜਾ ਤੁਸੀਂ ਆਇਡੀਓਲੋਜੀ ਨੂੰ ਜਿਹੜਾ ਤੁਸੀਂ ਦੱਸਣਾ ਲੋਕਾਂ ਨੂੰ, ਔਰ ਜਿਹੜਾ ਵੀ ਇਸ ਦੇ ਖਿਲਾਫ ਕੋਈ ਬੋਲਦਾ ਜਾਂ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤੁਸੀਂ ਸਾਨੂੰ ਦੱਸੋ। ਧਾਰਮਿਕ ਆਗੂਆਂ ਨੂੰ ਵੀ ਉਹਨਾਂ ਨੇ ਇੱਥੋਂ ਤੱਕ ਸਾਰਾ ਡਰਾ ਕੇ ਇਹ ਸਾਰਾ ਕੀਤਾ ਸੀਗਾ ਕਿ ਤੁਸੀਂ ਕੋਈ ਵੀ ਜਿਹੜਾ ਹਿਟਲਰ ਦੇ ਖਿਲਾਫ ਜਿਹੜਾ ਨਹੀਂ ਬੋਲ ਸਕਦੇ। ਠੀਕ ਉਸੇ ਤਰਜ਼ ਤੇ ਜੋ ਅੱਜ ਕੱਲ੍ਹ ਜੋ ਇੰਡੀਆ ਦੇ ਵਿੱਚ ਜਿਹੜਾ ਚੱਲ ਰਿਹਾ ਕਿ ਜਦੋਂ ਵੀ ਕੋਈ ਬੋਲਦਾ ਹੈਗਾ ਤੇ ਉਸ ਨੂੰ ਉਹ ਰੋਕਣ ਦੀ ਕੋਸ਼ਿਸ਼ ਕੀਤੀ ਆ। ਅੱਗੇ ਉਹ ਲੁਕਵੇਂ ਢੰਗ ਨਾਲ ਕਰਦੇ ਸੀਗੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਕ ਸਟੈਪ ਉਹ ਫੋਰਸ ਰਾਹੀਂ ਜਿਹੜਾ ਉਹ ਕਰਨ ਜਾ ਰਹੇ ਆ। ਇਹ ਹੁਣ ਸਿੱਧੇ ਤੋਂ ਸਿੱਧਾ ਜਿਹੜਾ ਉਹ ਕੋਈ ਕਾਨੂੰਨ ਕੋਈ ਉੱਥੇ ਲਾਗੂ ਨਹੀਂ ਹੋਊਗਾ, ਕਿਸੇ ਤਰੀਕੇ ਨੂੰ ਵੀ ਉਹ ਚੱਕ ਕੇ ਜਿਹੜੀਆਂ ਜੇਲ੍ਹਾਂ ਦੇ ਵਿੱਚ ਸੁੱਟ ਸਕਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ, ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਅੱਜ ਜਿਹੜਾ ਅੰਦੋਲਨ ਚੱਲ ਰਿਹਾ, ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਜਿਹੜਾ, ਇਹ ਆਪਾਂ ਨੂੰ ਪਤਾ ਕਿ ਹੁਣ ਉੱਥੇ ਆਪਾਂ ਬੈਠੇ ਹੋਏ ਹਾਂ, ਲੜਾਈ ਲੜ ਰਹੇ ਹਾਂ ਕਿ ਜਿਹੜੇ ਇਹ MSP ਆ ਜਾਂ ਜਿਹੜਾ ਜੋ ਇਹ ਨਵਾਂ ਜਿਹੜਾ ਕਾਨੂੰਨ ਜਿਹੜਾ ਲਿਆਂਦਾ ਗਿਆ ਇਹਨੂੰ ਵਾਪਸ ਲਿਆ ਜਾਵੇ। ਪਰ ਜੇ ਉਹ ਇਹਨੂੰ ਵਾਪਸ ਲੈ ਵੀ ਲੈਂਦੇ ਆ, ਇੱਦਾਂ ਦੇ ਕਾਨੂੰਨ ਆ ਜੇ ਉਹ ਵਾਪਸ ਵੀ ਲੈ ਲੈਂਦੇ ਆ, ਇਹ ਰੱਦ ਵੀ ਹੋ ਜਾਂਦਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਉਹਨਾਂ ਨੇ ਫੋਰਸ ਤਿਆਰ ਕੀਤੀ ਹੈ, ਇੱਦਾਂ ਦੀਆਂ ਫੋਰਸਾਂ ਪੰਜਾਬ ਦੇ ਵਿੱਚ ਵੀ ਤਿਆਰ ਹੋਣਗੀਆਂ। ਉਦੋਂ ਜਦੋਂ ਇਹ ਪੰਜਾਬ ਦੇ ਵਿੱਚ ਉਹਨਾਂ ਨੇ ਇਹ ਫੋਰਸਾਂ ਤਿਆਰ ਕਰਕੇ ਤੇ ਫਿਰ ਕਿਸੇ ਨੂੰ ਵੀ ਜੋ ਅੱਜ ਆਪਾਂ ਬੈਠ ਕੇ ਧਰਨੇ ਦੇ ਰਹੇ ਹਾਂ, ਆਪਾਂ ਉੱਥੇ ਬੈਠ ਕੇ ਗੱਲ ਕਰ ਰਹੇ ਹਾਂ ਕਿ ਸਾਡੇ ਨਾਲ ਧੱਕਾ ਹੋ ਰਿਹਾ, ਕਿਸੇ ਨੂੰ ਵੀ ਇਹ ਬੈਠਣ ਨਹੀਂ ਦਿੱਤਾ ਜਾਊਗਾ। ਜਿਹੜੀਆਂ ਇਹ ਫੋਰਸਾਂ ਜਿਹੜੀਆਂ ਹੈਗੀਆਂ ਉਹ ਧੱਕੇ ਨਾਲ ਜਿਹੜੀਆਂ ਆਣ ਕੇ ਚੱਕ ਕੇ ਜਿਹੜੀਆਂ ਉੱਥੋਂ ਕਿਸੇ ਨੂੰ ਵੀ ਲਿਜਾ ਸਕਦੀਆਂ, ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਊਗੀ। ਸੋ ਆਪਾਂ ਨੂੰ ਇਹ ਗੱਲਾਂ ਸਾਰੀਆਂ ਬਹੁਤ ਜਿਹੜੀਆਂ ਸੋਚਣ ਦੀ ਲੋੜ ਆ, ਸਮਝਣ ਦੀ ਲੋੜ ਆ ਕਿ ਜਿਹੜੀ ਪੰਜਾਬ ਦੀ ਆਜ਼ਾਦੀ ਹੈਗੀ ਆ, ਜਿਹੜੇ ਵੀਰ ਬਾਹਰੋਂ ਆ ਜਾਂ ਉੱਥੋਂ ਵੀ ਆ ਜਿਹੜੇ ਇਹ ਵਾਰ-ਵਾਰ ਇਹ ਗੱਲ ਕਰਦੇ ਆ ਕਿ ਪੰਜਾਬ ਦਾ ਜਿਹੜਾ ਹੱਲ ਕੋਈ ਨਹੀਂ ਜਿੰਨਾ ਚਿਰ ਪੰਜਾਬ ਉਸ ਭਾਰਤ ਦੇ ਪਿੰਜਰੇ 'ਚੋਂ ਜਿਹੜਾ ਆਜ਼ਾਦ ਨਹੀਂ ਹੋ ਜਾਂਦਾ। ਉਸ ਦਾ ਕਾਰਨ ਇਹੀ ਆ ਕਿ ਜਿਹੜੇ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਮੋਦੀ ਗੌਰਮੈਂਟ ਜਿਹੜੀ ਉੱਥੋਂ ਦੀ ਹੈਗੀ ਹੈ, ਕਿੱਦਾਂ ਉਹ ਹਿਟਲਰ ਤੇ ਰਾਹ 'ਤੇ ਚੱਲਦੇ ਹੋਏ ਜਿਹੜੇ ਇੱਦਾਂ ਦੇ ਜਿਹੜੇ ਕਾਨੂੰਨ ਵੀ ਬਣਾ ਰਹੇ ਆ ਔਰ ਇੱਦਾਂ ਦਾ ਜਿਹੜਾ ਸਿਸਟਮ ਲੈ ਕੇ ਆ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਹਾਨੂੰ ਬਿਲਕੁਲ ਜਿਹੜਾ ਪੱਕੇ ਤੌਰ 'ਤੇ ਗੁਲਾਮ ਔਰ ਜਿਹੜੀ ਦਹਿਸ਼ਤ ਆ ਜਿਹੜੀ ਤੁਹਾਡੇ ਵਿੱਚ ਇੰਨੀ ਜ਼ਿਆਦਾ ਫੈਲ ਜਾਊਗੀ ਕਿ ਕੋਈ ਬੋਲਣ ਦੀ ਜਿਹੜੀ ਹਿੰਮਤ ਨਹੀਂ ਕਰ ਪਾਊਗਾ। ਸੋ ਆਪਾਂ ਨੂੰ ਇਸ ਦੇ ਬਾਰੇ ਬਹੁਤ ਜਿਹੜੀ ਸੋਚਣ ਦੀ ਲੋੜ ਆ, ਵਿਚਾਰਨ ਦੀ ਲੋੜ ਆ। ਤੁਸੀਂ ਦੇਖੋ ਕਿ ਇਹ ਜਿਹੜਾ ਕਾਨੂੰਨ ਜਿਹੜੇ ਲੈ ਕੇ ਆ ਰਹੇ ਆ, ਜਦੋਂ ਇੱਕ ਬੰਨੇ ਸਾਰੇ ਪਾਸੇ ਪੰਜਾਬ ਦੇ ਵਿੱਚ ਵੀ, ਭਾਰਤ ਦੇ ਵਿੱਚ ਵੀ ਔਰ ਸਾਰੇ ਦੁਨੀਆ ਪੱਧਰ 'ਤੇ ਜਦੋਂ ਇਸ ਗੱਲ 'ਤੇ ਹਾਹਾਕਾਰ ਮਚੀ ਹੋਈ ਆ, ਕਰੋਨਾ ਦਾ ਜਿਹੜਾ ਕਹਿਰ ਮੱਚਿਆ ਹੋਇਆ, ਜਿਹੜਾ ਲਾਕਡਾਊਨ ਜਿਹੜੀਆਂ ਕੰਟਰੀਆਂ ਨੇ ਕੀਤੇ ਹੋਏ ਆ, ਭਾਰਤ ਦੇ ਵਿੱਚ ਵੀ ਜਿਹੜਾ ਲਾਕਡਾਊਨ ਕੀਤਾ ਹੋਇਆ ਸੀਗਾ, ਉਸ ਸਮੇਂ ਦੇ ਵਿੱਚ ਜਿਹੜੇ ਇਹ ਕਾਨੂੰਨ ਲੈ ਕੇ ਆਉਣੇ, ਪਹਿਲੀ ਗੱਲ ਤਾਂ ਆਪਾਂ ਇਸੇ ਗੱਲ ਤੋਂ ਸਮਝ ਸਕਦੇ ਹਾਂ ਕਿ ਸਰਕਾਰ ਦੀ ਜਿਹੜੀ ਮਨਸ਼ਾ ਹੈਗੀ ਆ ਉਹ ਕੀ ਆ। ਇਹ ਵੀ ਜਿਹੜਾ ਕਾਨੂੰਨ ਜਿਹੜਾ ਹੈਗਾ ਉੱਤਰ ਪ੍ਰਦੇਸ਼ ਸਪੈਸ਼ਲ ਸਿਕਿਉਰਿਟੀ ਫੋਰਸ ਐਕਟ ਜਿਹੜਾ ਬਣਿਆ, ਇਹ ਮਈ ਦੇ ਵਿੱਚ ਜਿਹੜਾ ਉੱਥੇ ਜਿਹੜਾ ਪਾਸ ਕੀਤਾ ਗਿਆ ਤੇ ਇਹ ਪਾਸ ਕਰਕੇ ਜਿਹੜਾ ਉਹਨਾਂ ਨੇ ਇਸ ਜਿਹੜੀਆਂ ਜ਼ਿੰਮੇਵਾਰੀਆਂ ਲਾਈਆਂ ਕਿ ਇਹਨੂੰ ਛੇਤੀ ਤੋਂ ਛੇਤੀ ਜਿਹੜੀ ਇਹਦੀ ਪੁਲਿਸ ਫੋਰਸ ਆ ਜਿਹੜੀ ਉਹ ਤਿਆਰ ਕਰਕੇ ਜਿਹੜੀ ਦੇ ਵਿੱਚ ਜਦੋਂ ਸਾਰੇ ਪਾਸੇ ਹਾਹਾਕਾਰ ਮਚੀ ਹੋਈ ਆ ਕਰੋਨਾ ਦੇ ਕਹਿਰ ਦਾ ਕਰਕੇ, ਉਸ ਸਮੇਂ ਇਹ ਲਾਗੂ ਕਰਨ ਦਾ ਮਤਲਬ ਇਹੀ ਸੀਗਾ ਕਿ ਕੱਲ੍ਹ ਨੂੰ ਜਦੋਂ ਹੁਣ ਲਾਕਡਾਊਨ ਇਕੱਠੇ ਨਹੀਂ ਹੋ ਸਕਦੇ ਤੇ ਤਾਂ ਜੋ ਇਹਨਾਂ ਕਾਨੂੰਨਾਂ ਦਾ ਜਿਹੜਾ ਵਿਰੋਧ ਨਾ ਹੋ ਸਕੇ, ਚਾਹੇ ਉਹ ਆਪਣੇ ਜਿਹੜੇ ਖੇਤੀ ਆਰਡੀਨੈਂਸ ਆਏ ਆ ਉਹਨਾਂ ਦੀ ਗੱਲ ਹੋਵੇ, ਚਾਹੇ ਜਿਹੜਾ ਹੁਣ ਇਹ ਜਿਹੜੇ ਸਪੈਸ਼ਲ ਸਿਕਿਉਰਿਟੀ ਫੋਰਸ ਆ ਜਿਹੜੀ ਉੱਤਰ ਪ੍ਰਦੇਸ਼ ਦੇ ਵਿੱਚ ਬਣੀ ਆ। 30 ਜੁਲਾਈ ਨੂੰ ਜਿਹੜਾ ਕੈਬਨਿਟ ਆ ਜਿਹੜੀ ਉੱਥੋਂ ਦੀ ਹੈਗੀ ਆ ਉੱਤਰ ਪ੍ਰਦੇਸ਼ ਦੀ ਜਿਹੜੀ ਕੈਬਨਿਟ ਆ, ਉਹਨਾਂ ਨੇ 30 ਜੁਲਾਈ ਨੂੰ ਇਸ ਚੀਜ਼ 'ਤੇ ਜਿਹੜਾ ਓਕੇ ਕਰ ਦਿੱਤਾ ਤੇ 5 ਬਟਾਲੀਅਨ ਜਿਹੜੀਆਂ ਇਹਨਾਂ ਦੀਆਂ ਹੈਗੀਆਂ, ਜਿਹੜੇ 9900 ਜਿਹੜੇ ਇਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਉਹਦੇ ਪਹਿਲੇ ਫੇਸ ਦੇ ਵਿੱਚ ਜਿਹੜੇ ਉਹਨਾਂ ਦੇ ਵਿੱਚ ਜਿਹੜੀ ਭਰਤੀ ਕਰਨੀ ਆ ਤੇ ਇਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਅਗਸਤ 31 ਜਿਹੜਾ ਹੈਗਾ ਡਾਇਰੈਕਟਰ ਜਨਰਲ ਜਿਹੜਾ ਉੱਥੋਂ ਦਾ UP ਦੀ ਫੋਰਸ ਦਾ ਜਿਹੜਾ ਹੈਗਾ
ਉਹ ਜਿਹੜਾ ਇਹਦੀ ਜਿਹੜੀ ਅਗਵਾਈ ਕਰੂਗਾ। ਔਰ 31 ਅਗਸਤ ਨੂੰ ਉਹਨਾਂ ਨੇ ਜਿਹੜਾ ਉਸ ਡਾਇਰੈਕਟਰ ਜਨਰਲ ਨੂੰ ਜਿਹੜੀ ਇਹ ਡੈਡਲਾਈਨ ਦਿੱਤੀ ਹੈ ਕਿ 3 ਮਹੀਨਿਆਂ ਦੇ ਵਿੱਚ ਵਿੱਚ ਇਹ ਜਿਹੜੀ ਫੋਰਸ ਆ ਜਿਹੜੀ ਇਹ ਗਰਾਊਂਡ ਲੈਵਲ 'ਤੇ ਕੰਮ ਕਰਨਾ ਇਹ ਸ਼ੁਰੂ ਕਰ ਦੇਵੇ, ਇਹ ਹੋ ਜਾਣਾ ਚਾਹੀਦਾ। ਸੋ ਜਿਸ ਤੋਂ ਆਪਾਂ ਸਮਝ ਸਕਦੇ ਹਾਂ ਕਿ 31 ਅਗਸਤ ਜੇ ਨਵੰਬਰ, ਅਕਤੂਬਰ, ਨਵੰਬਰ, ਸੋ ਆਪਾਂ ਨਵੰਬਰ ਐਂਡ ਤੱਕ ਜਾਂ ਦਸੰਬਰ ਤੱਕ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਫੋਰਸ ਹੈ ਜਿਹੜੀ ਹੈਗੀ ਹੈ ਸਪੈਸ਼ਲ ਸਿਕਿਉਰਿਟੀ ਫੋਰਸ ਜਿਹੜੀ ਉਹਨਾਂ ਨੇ ਬਣਾਈ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਉਹਨਾਂ ਨੇ ਇਹ ਕੰਮ ਉੱਥੇ ਕਰਨਾ ਜਿਹੜਾ ਸ਼ੁਰੂ ਕਰ ਦੇਣਾ। ਅਤੇ ਔਰ ਆਪਣੇ ਜਿਹੜੇ ਨਤੀਜੇ ਹੈਗੇ ਆ ਉਹ ਬਿਲਕੁਲ ਆਪਣੇ ਸਾਰਿਆਂ ਦੇ ਸਾਹਮਣੇ ਆਉਣ, ਬੜੀ ਛੇਤੀ ਆਉਣ ਲੱਗ ਪੈਣੇ ਆ। ਅਤੇ ਵੀ ਕਿਵੇਂ ਉਹ ਮਤਲਬ ਲੋਕਾਂ 'ਤੇ ਧੱਕਾ ਕਰਦੇ ਆ, ਕਿਵੇਂ ਕਾਰਵਾਈਆਂ ਕਰਦੇ ਆ। ਸੋ ਬਹੁਤ ਜ਼ਿਆਦਾ ਜਿਹੜਾ ਹੈਗਾ ਆਪਾਂ ਨੂੰ ਇਸ ਚੀਜ਼ ਦੇ ਬਾਰੇ ਜਿਹੜੀ ਸੁਚੇਤ ਹੋਣ ਦੀ ਲੋੜ ਜਿਹੜੀ ਹੈਗੀ ਹੈ। ਆਪਾਂ ਇਸੇ ਕਰਕੇ ਅੱਜ ਜਿਹੜਾ ਪ੍ਰੋਗਰਾਮ ਜਿਹੜਾ ਤੁਹਾਡੇ ਨਾਲ ਇਹ ਗੱਲਬਾਤ ਕਰ ਰਹੇ ਹਾਂ, ਹਾਲਾਂਕਿ ਆਪਣਾ ਪ੍ਰੋਗਰਾਮ ਨਿਊਯਾਰਕ ਤੋਂ ਵੀ ਜਿਹੜਾ ਲਾਈਵ ਜਿਹੜਾ ਚੱਲਣਾ ਸੀਗਾ ਬਹੁਤ ਜ਼ਰੂਰੀ ਸੀਗਾ, ਪਰ ਇਸੇ ਕਰਕੇ ਆਪਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰ ਰਹੇ ਹਾਂ ਕਿ ਜਿਹੜੀ ਇਹ ਖਾਸ ਜਿਹੜਾ ਐਕਟ ਬਣ ਰਿਹਾ ਇਸ ਦੇ ਬਾਰੇ ਆਪਾਂ ਜ਼ਰੂਰ ਆਪਣੇ ਵੀਰਾਂ ਭੈਣਾਂ ਦੇ ਨਾਲ ਜਿਹੜੀ ਆਪਾਂ ਨੂੰ ਸਾਂਝ ਪਾਉਣੀ ਚਾਹੀਦੀ ਹੈ। ਔਰ ਤੁਹਾਡੇ ਨਾਲ ਇਸ ਵਿਸ਼ੇ 'ਤੇ ਆਪਾਂ ਸਾਂਝ ਪਾ ਰਹੇ ਹਾਂ। ਤੁਸੀਂ ਵੀ ਜੇ ਕੋਈ ਆਪਣਾ ਤੁਹਾਡਾ ਵਿਚਾਰ ਹੋਵੇ ਅਤੇ ਤੁਸੀਂ ਆਪਣੇ WhatsApp ਨੰਬਰ 'ਤੇ ਕਾਲ ਕਰਕੇ 6308638686 'ਤੇ ਤੁਸੀਂ ਜਿਹੜਾ ਕਾਲ ਕਰਕੇ ਜਿਹੜਾ ਤੁਸੀਂ ਆਪਣਾ ਵਿਚਾਰ ਰੱਖ ਸਕਦੇ ਆ। ਕਿਉਂਕਿ ਬਹੁਤ ਜਿਹੜਾ ਤੇਜ਼ ਰਫ਼ਤਾਰ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਭਾਰਤ ਦਾ ਸਿਸਟਮ ਜਿਹੜਾ ਹੈਗਾ, ਮੋਦੀ ਸਰਕਾਰ ਜਿਹੜੀ ਹੈਗੀ ਆ ਬਹੁਤ ਤੇਜ਼ ਰਫ਼ਤਾਰ ਨਾਲ ਉਹ ਇੱਦਾਂ ਦੇ ਜਿਹੜੇ ਕਾਨੂੰਨ ਜਿਹੜੇ ਲੈ ਕੇ ਆ ਰਹੀ ਆ ਕਿ ਛੇਤੀ ਤੋਂ ਛੇਤੀ ਕਿ ਕਿਵੇਂ ਜਿਹੜਾ ਉਸ ਨੂੰ ਜਿਹੜਾ ਲਾਗੂ ਕੀਤਾ ਜਾਵੇ, ਹਿੰਦੂ ਰਾਸ਼ਟਰ ਜਿਹੜਾ ਬਣਾਇਆ ਜਾਵੇ। ਅਤੇ ਇੱਥੋਂ ਤੱਕ ਵੀ ਹੈ ਕਿ ਹੋ ਸਕਦਾ ਕਿ ਜਿੱਦਾਂ ਇਹ ਕਹਿ ਰਹੇ ਆ ਕਿ 2022 ਦੇ ਵਿੱਚ, ਪਿਛਲੇ ਦਿਨਾਂ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ, ਕੀ ਕਹਿ ਰਿਹਾ ਕਿ 2022 ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਜਿਹੜੀ BJP ਸਰਕਾਰ ਜਿਹੜੀ ਹੋਊਗੀ, ਤਾਂ ਹੋ ਸਕਦਾ ਕਿ ਆਉਣ ਵਾਲੇ ਸਾਲ ਦੇ ਵਿੱਚ ਜਾਂ ਹੁਣ ਬਹੁਤ ਛੇਤੀ ਜਿਹੜਾ ਇਹ ਪੰਜਾਬ ਦੇ ਵਿੱਚ ਵੀ ਇੱਦਾਂ ਦਾ ਕੋਈ ਐਕਟ ਬਣਾ ਦੇਣ ਜਾਂ ਇੱਦਾਂ ਦੀ ਕੋਈ ਫੋਰਸ ਬਣਾ ਦੇਣ ਅਤੇ ਜਿਹਨੂੰ ਇਹ ਸਾਰਾ ਕੰਟਰੋਲ ਜਿਹੜਾ ਉੱਥੋਂ ਦਾ ਹੈਗਾ ਕਿ ਉੱਥੇ ਕੋਈ ਵੀ ਬੋਲ ਨਾ ਸਕੇ, ਕੋਈ ਪ੍ਰੋਟੈਸਟ ਨਾ ਕਰ ਸਕੇ, ਕੋਈ ਸਰਕਾਰ ਦੇ ਖਿਲਾਫ ਨਾ ਬੋਲ ਸਕੇ। ਅਤੇ ਇਸੇ ਤਰੀਕੇ ਨਾਲ ਹੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ BJP ਦੀ ਜਿਹੜੀ ਸਰਕਾਰ ਹੈ ਜਿਹੜੀ ਉਹ ਲੈ ਕੇ ਆਉਣਾ ਚਾਹੁੰਦੇ ਆ। ਔਰ ਪਿਛਲੇ ਸਮੇਂ ਦੇ ਵਿੱਚ ਸ਼ਾਇਦ ਤੁਸੀਂ ਇਹ ਸੁਣਿਆ ਵੀ ਹੋਊਗਾ ਕਿ ਜਿਹੜਾ ਮੋਦੀ ਦਾ ਵੀ ਜਿਹੜਾ ਬਿਆਨ ਆਇਆ ਸੀਗਾ ਕਿ ਜਿਹੜਾ ਗਦਾਰੋਂ ਕੋ ਕੱਪੜੋਂ ਸੇ ਪਹਿਚਾਨਾ ਜਾ ਸਕਦਾ ਹੈ, ਜੋ ਮੋਦੀ ਨੇ ਜੋ ਕਿਹਾ ਸੀਗਾ। ਸੋ ਉਸ ਦਾ ਮਤਲਬ ਇਹੀ ਆ ਕਿ ਜਿਹੜੀ ਵੱਖਰੀ ਪਹਿਚਾਣ ਆ, ਚਾਹੇ ਉਹ ਸਿੱਖ ਆ, ਚਾਹੇ ਮੁਸਲਮਾਨ ਆ, ਚਾਹੇ ਹੋਰ ਆ, ਜਿਨ੍ਹਾਂ ਦੀ ਵੱਖਰੀ ਇੱਕ ਪਹਿਚਾਣ ਆ, ਉਹ ਸਾਰੇ ਵੱਖਰੇ ਪਹਿਰਾਵਾ ਜਿਨ੍ਹਾਂ ਦਾ ਉਹ ਇਹਨਾਂ ਵਾਸਤੇ ਗਦਾਰ ਹੋਣਗੇ। ਅਤੇ ਉਹਨਾਂ ਨੂੰ ਫਿਰ ਜਿਹੜਾ ਗਦਾਰਾਂ ਦੇ ਨਾਲ ਜਿਹੜਾ ਸਲੂਕ ਜਿਹੜਾ ਕੀਤਾ ਜਾਊਗਾ, ਇੱਦਾਂ ਦੀਆਂ ਸਪੈਸ਼ਲ ਸਿਕਿਉਰਟੀਆਂ ਬਣਾ ਕੇ ਜਿਨ੍ਹਾਂ ਨੂੰ ਇਹ ਗਦਾਰ ਸਮਝਦੇ ਆ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉੱਦਾਂ ਦੇ ਨਾਲ ਜਿਹੜਾ ਸਲੂਕ ਜਿਹੜਾ ਹੋਊਗਾ। ਔਰ ਇਸ ਐਕਟ ਜਿਹੜਾ ਬਣਿਆ USSSP ਐਕਟ, ਜਿਹੜਾ SSF ਜਿਹੜਾ ਐਕਟ ਜਿਹੜਾ ਉੱਤਰ ਪ੍ਰਦੇਸ਼ ਸਪੈਸ਼ਲ ਸਿਕਿਉਰਿਟੀ ਫੋਰਸ ਜਿਹੜੀ ਬਣਾਈ ਜਾ ਰਹੀ ਹੈ, ਇਸ ਦੀ ਸਭ ਤੋਂ ਵੱਡੀ ਗੱਲ ਇਹ ਵੀ ਆ ਕਿ ਇਹਨੂੰ ਪ੍ਰਾਈਵੇਟ ਇੰਡਸਟਰੀਅਲ ਜਿਹੜੇ ਉਹ ਵੀ ਆਪਣਾ ਯੂਜ ਕਰ ਸਕਦੇ ਆ। ਸੋ ਸੋਚਣ ਵਾਲੀ ਗੱਲ ਆ, ਇੱਕ ਬੰਨੇ ਜਿਹੜਾ ਸਾਰਾ ਖੇਤੀ ਦਾ ਸਿਸਟਮ ਜਿਹੜਾ ਹੈਗਾ ਪ੍ਰਾਈਵੇਟ ਇੰਡਸਟਰੀ ਨੂੰ ਦਿੱਤਾ ਜਾ ਰਿਹਾ, ਔਰ ਦੂਸਰੇ ਬੰਨੇ ਇੱਦਾਂ ਦੇ ਕਾਨੂੰਨ ਨਾਲ ਵੀ ਉਹਨਾਂ ਦੀ ਸਪੋਰਟ ਵਾਸਤੇ ਬਣ ਰਹੇ ਆ ਕਿ ਜਿਹੜੀਆਂ ਸਪੈਸ਼ਲ ਸਿਕਿਉਰਿਟੀ ਫੋਰਸਿਸ ਬਣਨਗੀਆਂ ਉਹਨਾਂ ਨੂੰ ਇਹ ਇੰਡਸਟਰੀਅਲ ਲੋਕ ਯੂਜ ਕਰ ਸਕਣਗੇ। ਜਿਸ ਦਾ ਸਾਫ਼-ਸਾਫ਼ ਮਤਲਬ ਇਹ ਨਿਕਲਦਾ ਕਿ ਕੱਲ੍ਹ ਨੂੰ ਜੇ ਇਹ ਕਾਨੂੰਨ ਵਾਪਸ ਨਹੀਂ ਹੁੰਦਾ, ਪੰਜਾਬ ਦੇ ਵਿੱਚ ਉਹ ਜਿਹੜੀਆਂ ਅੰਬਾਣੀ ਅਡਾਣੀ ਜਾਂ ਜਿਹੜੀਆਂ ਕੰਪਨੀਆਂ ਹੈਗੀਆਂ ਪੰਜਾਬ ਦੇ ਵਿੱਚ ਆਣ ਕੇ ਖੇਤੀ ਕਰਨ ਲੱਗ ਜਾਂਦੀਆਂ, ਅਤੇ ਉਹਨਾਂ ਦੇ ਕੋਲ ਇੱਕ ਨਾਲ ਸਪੈਸ਼ਲ ਸਿਕਿਉਰਿਟੀ ਫੋਰਸ ਉਹਨਾਂ ਨੂੰ ਬਣਾ ਕੇ ਦੇ ਦਿੱਤੀ ਜਾਂਦੀ ਹੈ ਕਿ ਜਿੱਥੇ ਕੋਈ ਵੀ ਕਾਨੂੰਨ ਲਾਗੂ ਨਹੀਂ ਹੁੰਦਾ, ਕਿ ਕਿਸੇ ਵਾਰੰਟ ਦੀ ਉਹਨਾਂ ਨੂੰ ਲੋੜ ਨਹੀਂ, ਉਹ ਤੁਹਾਡੇ ਘਰਾਂ 'ਚ ਵੜ ਸਕਦੇ ਆ। ਅਤੇ ਆਪਾਂ ਕਿਸ ਤਰੀਕੇ ਨਾਲ ਉਮੀਦ ਕਰ ਸਕਦੇ ਹਾਂ ਕਿ ਜਿਹੜੇ ਅੱਜ ਸੁਪਨੇ ਦਿਖਾਏ ਜਾ ਰਹੇ ਆ ਕਿ ਜਦੋਂ ਇਹ ਜਿਹੜੀਆਂ ਵਪਾਰੀ ਆਉਣਗੇ, ਜਿਹੜੇ ਵੱਡੇ ਜਿਹੜੇ ਇਹ ਲੋਕ ਆਣ ਕੇ ਕੰਪਨੀਆਂ ਪੰਜਾਬ 'ਚ ਆਉਣਗੀਆਂ ਅਤੇ ਤੁਹਾਨੂੰ ਜ਼ਮੀਨਾਂ ਦਾ, ਫਸਲਾਂ ਦਾ ਮੁੱਲ ਬੜਾ ਜ਼ਿਆਦਾ ਮਿਲੂਗਾ, ਤੁਸੀਂ ਬੜੇ ਸੌਖੇ ਹੋ ਜਾਓਗੇ। ਇਹ ਸਪੈਸ਼ਲ ਸਿਕਿਉਰਿਟੀ ਫੋਰਸ ਜਿਹੜੀਆਂ ਉਹਨਾਂ ਦੇ ਕੋਲ ਹੋਣਗੀਆਂ, ਉਹ ਤੁਹਾਡੀਆਂ ਜ਼ਮੀਨਾਂ ਨੂੰ ਧੱਕੇ ਨਾਲ ਖੋਹਣਗੇ, ਤੁਹਾਡੇ ਘਰਾਂ 'ਚ ਵੜਨਗੇ, ਤੁਹਾਡੇ ਘਰਾਂ ਦੀਆਂ ਤਲਾਸ਼ੀਆਂ ਲੈਣਗੇ। ਤੁਹਾਡੇ ਕੋਲ ਕਿਸੇ ਤਰੀਕੇ ਦਾ ਵੀ, ਜੇ ਕੋਈ ਆਪਾਂ ਨੇ ਪੰਜਾਬ 'ਚ ਕਈ ਆਪਾਂ ਗੱਲ ਕਰਦੇ ਹਾਂ ਕਿ ਜੇ ਕਿਸੇ ਕੋਲ ਕੋਈ ਆਪਣੀ ਸੇਫਟੀ ਵਾਸਤੇ ਹਥਿਆਰ ਪਏ ਆ,
ਉਹ ਬਿਨਾਂ ਕਿਸੇ ਵਾਰੰਟ ਤੋਂ, ਬਿਨਾਂ ਕਿਸੇ ਕਾਨੂੰਨੀ ਨੋਟਿਸ ਤੋਂ ਤੁਹਾਡੇ ਘਰੇ ਵੜ ਕੇ ਤੁਹਾਡੀ ਤਲਾਸ਼ੀ ਲੈ ਕੇ ਤੁਹਾਡੇ ਤੋਂ ਖੋਹ ਕੇ ਲੈ ਜਾਣਗੇ। ਸੋ ਇਹ ਹੈਗਾ ਭਾਰਤ ਦਾ ਭਵਿੱਖ, ਇਹ ਹੈਗਾ ਪੰਜਾਬ ਦਾ ਭਵਿੱਖ। ਜਿਸ ਤਰੀਕੇ ਨਾਲ ਅੱਜ ਆਪਣੇ ਪੰਜਾਬ 'ਚ ਵੀਰ ਪ੍ਰੋਟੈਸਟ ਕਰ ਵੀ ਰਹੇ ਆ, ਔਰ ਆਪਾਂ ਪਿਛਲੇ ਦਿਨੀ ਦੇਖਿਆ ਕਿ ਜਿੱਥੇ ਰਿਲਾਇੰਸ ਵਾਲਿਆਂ ਦੀ ਜਾਂ ਜਿੱਥੇ ਉਹਨਾਂ ਦੀ ਜਿਹੜੀ ਉਹ ਮੰਡੀਆਂ ਹੈਗੀਆਂ, ਜਿੱਥੇ ਉਹਨਾਂ ਦੇ ਕਾਰੋਬਾਰ ਹੈਗੇ ਆ, ਉੱਥੇ ਵੀ ਜਾ ਕੇ ਪ੍ਰੋਟੈਸਟ ਕਰ ਰਹੇ ਆ, ਉਹਨਾਂ ਨੂੰ ਬੰਦ ਕਰਵਾ ਰਹੇ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਊਗਾ ਕਿ ਜੇ ਸਪੈਸ਼ਲ ਸਿਕਿਉਰਿਟੀ ਫੋਰਸਾਂ ਜਿਹੜੀਆਂ ਪ੍ਰਾਈਵੇਟ ਇੰਡਸਟਰੀਅਲ ਜਿਹੜੇ ਹੈਗੇ ਆ ਉਹਨੂੰ ਯੂਜ਼ ਕਰ ਸਕਣਗੇ ਇਹਨਾਂ ਫੋਰਸਾਂ ਨੂੰ, ਤਾਂ ਜਿਹੜਾ ਵੀ ਕੋਈ ਜਾ ਕੇ ਉਹਨਾਂ ਦੇ ਬਿਜ਼ਨਸ 'ਤੇ ਜਾ ਕੇ ਜਾਂ ਜਿਹੜਾ ਉਹਨਾਂ ਦੇ ਜਾ ਕੇ ਕੋਈ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕਰੂਗਾ, ਅਤੇ ਉਹਨਾਂ ਨੂੰ ਉਹ ਬਿਨਾਂ ਕਿਸੇ ਕਾਨੂੰਨ ਦੇ ਡਰ ਤੋਂ, ਬਿਨਾਂ ਕਿਸੇ ਕਾਰਵਾਈ ਤੋਂ ਚੱਕ ਕੇ ਤੁਹਾਨੂੰ ਅਰੈਸਟ ਕਰ ਸਕਦੇ ਆ, ਗ੍ਰਿਫਤਾਰ ਕਰ ਸਕਦੇ ਆ, ਤੁਹਾਨੂੰ ਮਾਰ ਸਕਦੇ ਆ, ਕਿਉਂਕਿ ਉਸ ਦਾ ਕੋਈ ਸਬੂਤ ਨਹੀਂ ਕਿ ਕੌਣ ਤੁਹਾਨੂੰ ਉੱਥੋਂ ਚੱਕ ਕੇ ਲੈ ਗਿਆ, ਕੀ ਕਾਰਵਾਈ ਕੀਤੀ, ਕਿੱਥੇ ਲੈ ਗਿਆ, ਕਿਸੇ ਨੂੰ ਜਵਾਬਦੇਹ ਨਹੀਂ। ਔਰ ਸਭ ਤੋਂ ਵੱਡੀ ਗੱਲ ਆ ਕਿ ਸਰਕਾਰ ਦੀ ਜਿਹੜੀ ਹੈਗੀ ਆ ਉਹ ਸਹਿਮਤੀ ਤੋਂ ਬਿਨਾਂ ਕੋਈ ਵੀ ਕੋਰਟ ਜਿਹੜਾ ਹੈਗਾ, ਪਰਮਿਸ਼ਨ ਤੋਂ ਬਿਨਾਂ ਕੋਈ ਵੀ ਕੋਰਟ, ਕੋਈ ਵੀ ਸਿਸਟਮ ਹੈ ਜਿਹੜਾ, ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕਰ ਸਕੂਗਾ। ਸੋ ਆਪਾਂ ਨੂੰ ਬੜੇ ਸਹਿਜ ਮਤੇ ਦੇ ਨਾਲ, ਬੜੇ ਡੂੰਘ ਡੂੰਘਾਈ ਦੇ ਨਾਲ ਇਹਨਾਂ ਗੱਲਾਂ 'ਤੇ ਵਿਚਾਰ ਕਰਨ ਦੀ ਲੋੜ ਹੈਗੀ ਆ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਪੰਜਾਬ ਨੂੰ ਇਸ ਭਾਰਤ ਦੇ ਪਿੰਜਰੇ 'ਚੋਂ, ਇਸ ਸਿਸਟਮ 'ਚੋਂ ਆਜ਼ਾਦ ਕਰਾ ਲਿਆ ਜਾਵੇ। ਨਹੀਂ ਤਾਂ ਜਿਸ ਤਰੀਕੇ ਨਾਲ ਇਹ ਸਪੈਸ਼ਲ ਸਿਕਿਉਰਿਟੀ ਫੋਰਸਿਸ ਬਣ ਰਹੀਆਂ, ਜਿੱਦਾਂ ਦੇ ਕਾਨੂੰਨ ਬਣ ਰਹੇ ਆ ਔਰ ਇੰਨੀ ਤੇਜ਼ੀ ਦੇ ਨਾਲ ਬਣ ਰਹੇ ਆ ਕਿ ਇੱਕ ਬੰਨੇ ਹਜੇ ਇੱਕ ਚੀਜ਼ ਦਾ ਵਿਰੋਧ ਚੱਲ ਰਿਹਾ ਹੁੰਦਾ ਔਰ ਦੂਸਰੇ ਬੰਨੇ ਕੋਈ ਨਾ ਕੋਈ ਨਵੀਂ ਚੀਜ਼ ਲਿਆਣ ਕੇ ਖੜੀ ਕਰ ਦਿੰਦੇ ਆ। ਆਉਣ ਵਾਲਾ ਸਮਾਂ ਜਿਹੜਾ ਹੈਗਾ, ਨਹੀਂ ਤਾਂ ਉੱਥੋਂ ਦੀਆਂ ਸਾਰੀਆਂ ਘੱਟ ਗਿਣਤੀਆਂ ਦੇ ਲਈ, ਪਰ ਖਾਸ ਕਰਕੇ ਜੇ ਆਪਾਂ ਦੋ ਜਿਹੜੀਆਂ ਕੌਮਾਂ ਜਿਹੜੀਆਂ ਇਹਨਾਂ ਦੇ ਰਾਹ ਦੇ ਵਿੱਚ ਅਰੋੜਾ ਜਿਹੜੀਆਂ ਹੈਗੀਆਂ, ਚਾਹੇ ਉਹ ਮੁਸਲਮਾਨ ਹੋਣ ਜਿਨ੍ਹਾਂ ਦੀ ਬਹੁਤ ਗਿਣਤੀ ਹੈਗੀ ਆ ਉੱਥੇ, ਚਾਹੇ ਉਹ ਸਿੱਖ ਕੌਮ ਹੋਵੇ ਜਿਹੜੇ ਹਮੇਸ਼ਾ ਹੀ ਜਿਹੜੇ ਇਹਨਾਂ ਦੇ ਜ਼ੁਲਮ ਦੇ ਖਿਲਾਫ ਆਵਾਜ਼ ਚੱਕਦੇ ਆ, ਡਟ ਕੇ ਬੋਲਦੇ ਆ। ਇਹ ਸਭ ਤੋਂ ਜ਼ਿਆਦਾ ਕਹਿਰ ਆ ਜਿਹੜਾ ਆਉਣ ਵਾਲਾ ਇਹਨਾਂ ਦੋਨਾਂ ਕੌਮਾਂ ਦੇ ਜਿਹੜਾ ਢਾਇਆ ਜਾਣਾ। ਔਰ ਇਹ ਜਿਹੜਾ ਹੈਗਾ ਭਵਿੱਖ ਜਿਹੜਾ ਆਪਾਂ ਨੂੰ ਸਾਫ਼-ਸਾਫ਼ ਨਜ਼ਰ ਆ ਰਿਹਾ। ਐਕਟ ਜਿਹੜੇ ਇੱਦਾਂ ਦੇ ਜਿਹੜੀਆਂ ਸਪੈਸ਼ਲ ਸਿਕਿਉਰਿਟੀ ਫੋਰਸਿਸ ਜਿਹੜੀਆਂ ਬਣਨੀਆਂ ਸ਼ੁਰੂ ਹੋ ਗਈਆਂ, ਉਸ ਦੇ ਵਿੱਚ ਕੋਈ ਵੀ ਆ, ਇਕੱਲਾ ਪ੍ਰਾਈਵੇਟ ਇੰਡਸਟਰੀਅਲ ਨਹੀਂ, ਕੋਈ ਵੀ ਪ੍ਰਾਈਵੇਟ ਬੰਦਾ ਕੋਈ ਵੀ ਹੈਗਾ ਉਸ ਨੂੰ ਜਿਹੜਾ ਉਹਨਾਂ ਦਾ ਹਮਾਇਤੀ ਹੈਗਾ, ਉਹਨਾਂ ਨੂੰ ਸਿਰਫ ਸਪੈਸ਼ਲ ਸਿਕਿਉਰਿਟੀ ਫੋਰਸ ਨੂੰ ਇਹੀ ਕਹਿਣ ਦੀ ਲੋੜ ਪਊਗੀ ਵੀ ਜੀ ਆਹ ਤੁਹਾਡਾ ਖਿਲਾਫ, ਤੁਹਾਡੀ ਸਰਕਾਰ ਦੇ ਖਿਲਾਫ ਹੋ ਰਿਹਾ, ਤੁਹਾਡੇ ਖਿਲਾਫ ਹੋ ਰਿਹਾ, ਅਤੇ ਉਹਨਾਂ ਦੇ ਬੰਦੇ ਆਣ ਕੇ ਤੁਹਾਨੂੰ ਚੱਕ ਕੇ ਲੈ ਜਾਣਗੇ। ਕਿਸੇ ਨੇ ਪੁੱਛਣਾ ਤੱਕ ਨਹੀਂ ਵੀ ਤੁਸੀਂ ਬੋਲਿਆ ਸੀ ਕਿ ਨਹੀਂ ਬੋਲਿਆ ਸੀ। ਉਹਦੇ ਨਾਲ ਜੋ ਆਪਣੇ ਪੰਜਾਬ ਦੇ ਵਿੱਚ ਚਾਹੇ ਕੋਈ ਆਪਣੇ ਬਿਜ਼ਨਸ ਜਿਹੜੇ ਹੈਗੇ ਆ, ਜਿਹੜੇ ਵੀ ਸਰਕਾਰ ਦੇ ਖਿਲਾਫ ਬੋਲਣ ਦੀ ਜਾਂ ਸਰਕਾਰ ਦੇ ਖਿਲਾਫ ਜਾਣ ਦੀ ਕੋਸ਼ਿਸ਼ ਕਰਨਗੇ, ਉਹਨਾਂ ਬਿਜ਼ਨਸਾਂ 'ਤੇ ਧੱਕੇ ਨਾਲ ਕਬਜ਼ਾ ਕਰ ਸਕਣਗੇ। ਤੁਹਾਡੀਆਂ ਜ਼ਮੀਨਾਂ ਦੇ ਉੱਪਰ ਚਾਹੇ ਤੁਸੀਂ ਸਹਿਮਤ ਹੁੰਦੇ ਚਾਹੇ ਨਹੀਂ ਹੁੰਦੇ, ਚਾਹੇ ਤੁਸੀਂ ਇਹ ਕਹਿ ਵੀ ਦਿੰਦੇ ਆ ਕਿ ਅਸੀਂ ਆਪਣੀ ਕੁਛ ਕਿਸਾਨ ਜਾਂ ਕੁਛ ਜ਼ਿਮੀਂਦਾਰ ਜਿਹੜੇ ਹੈਗੇ ਉਹ ਕਹਿ ਵੀ ਦੇਣ ਵੀ ਨਹੀਂ, ਅਸੀਂ ਇਸ ਕਾਨੂੰਨ ਤਹਿਤ ਆਪਣੀ ਜ਼ਮੀਨ ਹੈ ਜਿਹੜੀ ਉਹਨਾਂ ਨੂੰ, ਘਰਾਣਿਆਂ ਨੂੰ, ਵੱਡਿਆਂ ਨੂੰ ਨਹੀਂ ਦੇਣਾ ਚਾਹੁੰਦੇ, ਪਰ ਉਹ ਤੁਹਾਡੇ 'ਤੇ ਸਿਰਫ ਇਹ ਦੋਸ਼ ਲਾ ਕੇ ਕਿ ਤੁਸੀਂ ਸਰਕਾਰ ਦੇ ਖਿਲਾਫ ਬੋਲ ਰਹੇ ਹੋ, ਤੁਸੀਂ ਸਿਸਟਮ ਦੇ ਖਿਲਾਫ ਬੋਲ ਰਹੇ ਹੋ ਔਰ ਤੁਸੀਂ ਗਦਾਰ ਹੋ, ਇੰਨਾ ਸਿਰਫ ਉਹਨਾਂ ਨੂੰ ਕਹਿਣ ਦੀ ਲੋੜ ਆ। ਔਰ ਤੁਹਾਨੂੰ ਉਹ ਚੱਕ ਕੇ ਜਿਹੜਾ ਲਿਜਾ ਸਕਦੇ ਆ, ਤੁਹਾਡੀਆਂ ਜਿਹੜੀਆਂ ਜ਼ਮੀਨਾਂ ਹੈਗੀਆਂ ਉਹਨਾਂ 'ਤੇ ਕਬਜ਼ੇ ਕਰ ਸਕਦੇ ਆ, ਤੁਹਾਡੇ ਬਿਜ਼ਨਸਾਂ 'ਤੇ ਕਬਜ਼ੇ ਕਰ ਸਕਦੇ ਆ, ਤੁਹਾਡੇ ਘਰਾਂ ਦੇ ਵਿੱਚ ਵੜ ਕੇ ਤੁਹਾਡੀਆਂ ਤਲਾਸ਼ੀਆਂ ਲੈ ਸਕਦੇ ਆ। ਔਰ ਜੋ ਕਸ਼ਮੀਰ ਦੇ ਵਿੱਚ ਹੁਣ ਹੋ ਰਿਹਾ, ਜਾਂ ਜੋ ਦਿੱਲੀ ਦੇ ਵਿੱਚ ਸਿੱਖ ਕੌਮ ਦੇ ਨਾਲ ਹੋਇਆ, ਉਹ ਕੰਮ ਧੀਆਂ ਭੈਣਾਂ ਦੇ ਬੇਪੱਤੀਆਂ ਕਰਨੀਆਂ, ਘਰਾਂ 'ਚ ਸਾੜਨਾ, ਘਰਾਂ ਨੂੰ ਅੱਗਾਂ ਲਾਉਣੀਆਂ, ਉਹ ਕੰਮ ਇਹ ਲੋਕ, ਇਹ ਸਪੈਸ਼ਲ ਸਿਕਿਉਰਿਟੀ ਫੋਰਸਾਂ ਸ਼ਰੇਆਮ ਕਰ ਸਕਣਗੀਆਂ। ਕੋਈ ਉਹਨਾਂ 'ਤੇ ਕਾਰਵਾਈ ਨਹੀਂ ਹੋਊਗੀ, ਕੋਈ ਉਹਨਾਂ ਨੂੰ ਰੋਕਣ ਵਾਲਾ ਨਹੀਂ ਹੋਊਗਾ। ਸੋ ਜੇ ਆਪਾਂ ਇਹ ਸਾਰੀਆਂ ਗੱਲਾਂ, ਜਿਵੇਂ ਆਪਾਂ ਜੇ ਹੋਰ ਆਪਾਂ ਨੂੰ ਗਸਟੈਪੋ ਦੇ ਬਾਰੇ ਜਾਂ ਹਿਟਲਰ ਦੀ ਨੀਤੀਆਂ ਦੇ ਬਾਰੇ ਆਪਾਂ ਹੋਰ ਡੂੰਘਾਈ ਦੇ ਨਾਲ ਸੋਚਦੇ ਹਾਂ, ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹ ਹੈਗੀਆਂ ਕਿ ਕਿਵੇਂ ਜਿਹੜੇ ਕੰਮ ਜਿਹੜੇ ਹਿਟਲਰ ਨੇ ਆਪਣੇ ਸਮੇਂ ਦੇ ਵਿੱਚ ਕੀਤੇ, ਆਪਣੇ ਰਾਜ ਦੇ ਵਿੱਚ ਕੀਤੇ, ਔਰ ਕਿੱਦਾਂ ਉਹਨੇ ਯਹੂਦੀਆਂ ਦਾ ਕਤਲੇਆਮ ਕੀਤਾ, ਬਿਲਕੁਲ ਹੂ ਬਹੂ ਉਸੇ ਰਾਹ 'ਤੇ ਜਿਹੜੀ ਹੈਗੀ ਆ ਅੱਜ ਦੀ ਮੋਦੀ ਸਰਕਾਰ, ਅੱਜ ਦੀ ਭਾਰਤ ਸਰਕਾਰ, RSS ਬਿਲਕੁਲ ਉਸੇ ਰਾਹਾਂ 'ਤੇ ਚੱਲ ਰਹੀ ਹੈ।
ਕਿ ਕਿਵੇਂ ਲੋਕਾਂ ਦੇ ਵਿੱਚ ਜਿਹੜੀ ਦਹਿਸ਼ਤ ਪੈਦਾ ਕਰਕੇ ਜਿਹੜਾ ਲੋਕਾਂ ਨੂੰ ਡਰਾ ਕੇ ਰੱਖਣਾ। ਇੱਥੋਂ ਤੱਕ ਕਿ ਜੇ ਆਪਾਂ ਕਿਸਾਨਾਂ ਦੀ ਵੀ ਗੱਲ ਕਰਦੇ ਹਾਂ ਤੇ ਹਿਸਟਰੀ ਦੇ ਵਿੱਚ ਆਪਾਂ ਇਹੀ ਪੜ੍ਹਦੇ ਹਾਂ ਕਿ ਹਿਟਲਰ ਦੇ ਸਮੇਂ ਤੇ ਵੀ ਕਿੱਦਾਂ ਉਹਨੇ ਜਿਹੜਾ ਕਿਸਾਨਾਂ ਦੇ ਉੱਪਰ ਜਿਹੜਾ ਕਹਿਰ ਢਾਇਆ, ਕਿਸਾਨਾਂ ਨੂੰ ਜਿਹੜਾ ਤਸ਼ੱਦਦ ਦਿੱਤੇ, ਕਿਸਾਨਾਂ ਨੂੰ ਜਲੀਲ ਕੀਤਾ ਕਿ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਖੋਹ ਕੇ ਜਿਹੜੀਆਂ ਉਹ ਸ਼ਾਹੂਕਾਰਾਂ ਦੇ ਹੱਥ ਵਿੱਚ ਦੇ ਦਿੱਤੀਆਂ ਜਾਣ, ਆਪਣੇ ਹੱਥ ਵਿੱਚ ਕੰਟਰੋਲ ਸਰਕਾਰ ਦੇ ਹੱਥ ਵਿੱਚ ਉਹਦੀਆਂ ਲੈ ਲਈਆਂ ਜਾਣ। ਬਿਲਕੁਲ ਉਸੇ ਰਾਹ 'ਤੇ ਜਿਹੜੀ ਹੈਗੀ ਆ ਮੋਦੀ ਗੌਰਮੈਂਟ ਹੀ ਹੈਗੀ ਆ, ਮੋਦੀ ਸਰਕਾਰ ਜਿਹੜੀ ਹੈਗੀ ਆ ਉਹ ਜਿਹੜੀ ਬਿਲਕੁਲ ਉਸੇ ਰਾਹਾਂ 'ਤੇ ਚੱਲ ਰਹੀ ਹੈ। ਅਤੇ ਆਪਣੀ ਥੋੜ੍ਹੀ ਜਿਹੀ ਪ੍ਰੋਬਲਮ ਇਹ ਹੈਗੀ ਕਿ ਆਪਾਂ ਹਿਸਟਰੀ ਨੂੰ ਨਹੀਂ ਵਾਚਦੇ, ਹਿਸਟਰੀ ਨੂੰ ਘੱਟ ਪੜ੍ਹਦੇ ਹਾਂ। ਪਰ ਜੇ ਆਪਾਂ ਹਿਸਟਰੀ ਪੜ੍ਹਦੇ ਹਾਂ ਜਾਂ ਹਿਸਟਰੀ ਜਾਣਦੇ ਹਾਂ, ਇਹਨਾਂ ਗੱਲਾਂ ਨੂੰ ਸਮਝਦੇ ਹਾਂ, ਅਤੇ ਆਪਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਯਹੂਦੀਆਂ ਦਾ ਜਿਹੜਾ ਕਤਲੇਆਮ ਜਦੋਂ ਹੋਇਆ, ਕਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਕਤਲੇਆਮ ਹੋਇਆ, ਕੀ ਜਿਹੜਾ ਉਹਨਾਂ ਦੇ ਨਾਲ ਵਾਪਰੀਆਂ। ਭਾਰਤ ਦੇ ਵਿੱਚ ਤਾਂ ਪਹਿਲਾਂ ਹੀ ਆਲਰੇਡੀ ਜਿਹੜਾ ਸਿੱਖਾਂ ਦੇ ਨਾਲ ਜੋ ਹੋ ਰਿਹਾ ਆਪਣੇ ਸਾਹਮਣੇ ਆ, ਜੋ ਦਿੱਲੀ ਦੇ ਵਿੱਚ ਹੋਇਆ ਆਪਣੇ ਸਾਹਮਣੇ ਆ, ਜੋ ਕਸ਼ਮੀਰ ਦੇ ਵਿੱਚ ਜੋ ਹੋ ਰਿਹਾ ਮੁਸਲਮਾਨਾਂ ਦੇ ਨਾਲ ਹੋ ਰਿਹਾ ਉਹ ਸਾਹਮਣੇ ਆ, ਜੋ ਹੋਰ ਵੱਖੋ ਵੱਖ ਸੂਬਿਆਂ ਦੇ ਵਿੱਚ ਜਿਹੜਾ ਦਲਿਤ ਵੀਰਾਂ ਨਾਲ ਜੋ ਹੋ ਰਿਹਾ ਉਹ ਆਪਣੇ ਸਾਰਿਆਂ ਦੇ ਸਾਹਮਣੇ ਆ। ਤੁਸੀਂ ਇਸ ਗੱਲ 'ਤੇ ਡੂੰਘੀ ਵਿਚਾਰ ਕਰਕੇ ਦੇਖੋ, ਸੋਚ ਕੇ ਦੇਖੋ ਠੰਡੇ ਮਤੇ ਨਾਲ ਵੀ ਜਦੋਂ ਕਿਤੇ ਨਾ ਕਿਤੇ ਕਿਸੇ ਸਰਕਾਰ ਦਾ ਡਰ ਜਾਂ ਕਿਸੇ ਕਾਨੂੰਨ ਦਾ ਡਰ ਹੋਣ ਦੇ ਬਾਵਜੂਦ ਵੀ ਇਹ ਸਾਰਾ ਕੁਝ ਭਾਰਤ ਦੇ ਵਿੱਚ ਹੋ ਰਿਹਾ, ਅੱਜ ਦੇ ਸਮੇਂ ਦੇ ਵਿੱਚ ਹੋ ਰਿਹਾ, ਜਿਹਨੂੰ ਇਹ ਡੈਮੋਕ੍ਰੇਸੀ ਕਹਿੰਦੇ ਆ, ਦੁਨੀਆ ਦੀ ਸਭ ਤੋਂ ਝੂਠੀ ਡੈਮੋਕ੍ਰੇਸੀ ਆ, ਉਸ ਦੇ ਵਿੱਚ ਹੋ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹਨਾਂ ਦੇ ਕੋਲੇ ਸਾਰੇ ਇਸ ਤਰੀਕੇ ਦੇ ਕਾਨੂੰਨ ਹੋਣਗੇ, ਇਸ ਤਰੀਕੇ ਦੀਆਂ ਫੋਰਸਾਂ ਹੋਣਗੀਆਂ ਜਿਨ੍ਹਾਂ 'ਤੇ ਕੋਈ ਪਾਬੰਦੀ ਨਹੀਂ ਹੋਊਗੀ, ਜਿਹਨੂੰ ਮਰਜ਼ੀ ਇਹ ਚੱਕ ਕੇ ਲਿਜਾ ਸਕਣਗੇ, ਜੋ ਮਰਜ਼ੀ ਉੱਤੇ ਕਾਰਵਾਈ ਕਰ ਸਕਣਗੇ, ਉਹ ਸਮਾਂ ਕਿੱਦਾਂ ਦਾ ਹੋਊਗਾ। ਉਸ ਸਮੇਂ ਇਹ ਲੋਕ ਆ ਜਿਹੜੇ ਕੀ ਕਰਨਗੇ, ਇਹ ਜਿਹੜਾ ਭਾਰਤੀ ਸਿਸਟਮ ਜਿਹੜਾ ਹੈਗਾ ਉਸ ਸਮੇਂ ਇਹ ਤੁਹਾਡੇ ਨਾਲ, ਤੁਹਾਡੇ ਪਰਿਵਾਰਾਂ ਦੇ ਨਾਲ, ਤੁਹਾਡੇ ਆਉਣ ਵਾਲੀ ਜਨਰੇਸ਼ਨ ਦੇ ਨਾਲ, ਤੁਹਾਡੇ ਬੱਚਿਆਂ ਦੇ ਨਾਲ ਇਹ ਕੀ ਹਾਲ ਕਰਨਗੇ। ਸੋ ਇਹ ਸਮਾਂ ਬਹੁਤਾ ਦੂਰ ਨਹੀਂ, ਜੇ ਆਪਾਂ ਕਹੀਏ ਕਿ ਬਹੁਤ ਲੰਬਾ ਸਮਾਂ ਹੈਗਾ, ਕਿ ਸ਼ਾਇਦ ਪਤਾ ਨਹੀਂ ਸਾਡੇ ਸਮੇਂ 'ਤੇ ਨਹੀਂ ਹੋਣਾ। ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੀ ਇਹ ਸਪੈਸ਼ਲ ਸਿਕਿਉਰਿਟੀ ਫੋਰਸ ਆ ਜਿਹੜੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ, ਜਿਹਨੂੰ ਉੱਥੋਂ ਦਾ ਜੋਗੀ ਜਿਹੜਾ ਹੈਗਾ ਉਹ ਆਪਣਾ ਡ੍ਰੀਮ ਪ੍ਰੋਜੈਕਟ ਦੱਸ ਰਿਹਾ। ਜੇ ਉਹਨਾਂ ਨੇ ਇਹ ਆਰਡਰ ਕਰ ਦਿੱਤੇ ਆ ਕਿ 3 ਮਹੀਨਿਆਂ ਦੇ ਵਿੱਚ ਇਹ ਪੁਲਿਸ ਫੋਰਸ ਜਿਹੜੀ ਬਣ ਕੇ ਜਿਹੜੀ ਤਿਆਰ ਹੋ ਜਾਣੀ ਚਾਹੀਦੀ ਹੈ ਗਰਾਊਂਡ 'ਤੇ, 9,900 ਜਿਹੜਾ ਉਹਨਾਂ ਨੇ ਪਹਿਲੀਆਂ ਉਹਨੇ 5 ਬਟਾਲੀਅਨਾਂ ਬਣਾ ਕੇ ਜਿਹੜਾ ਉਹਨੇ ਬੰਦੇ ਭਰਤੀ ਕਰਨੀ ਆ, ਉਹ 3 ਮਹੀਨਿਆਂ ਦੇ ਵਿੱਚ ਉਹ ਗਰਾਊਂਡ ਲੈਵਲ 'ਤੇ ਕੰਮ ਕਰਨਾ ਸ਼ੁਰੂ ਕਰ ਦੇਵੇ। ਇਸ ਦਾ ਮਤਲਬ ਇਹ ਹੈਗਾ ਕਿ 2020 ਦੇ ਵਿੱਚ ਹੀ ਉਹ ਫੋਰਸ ਆ ਜਿਹੜੀ ਉਹ ਆਪਣੀ ਹੋਂਦ ਦੇ ਵਿੱਚ ਆ ਜਾਣੀ ਆ। ਉਹਨਾਂ ਨੇ ਜਿਹੜਾ ਆਪਣਾ ਇਹ ਕੰਮ ਕਰਨਾ ਸ਼ੁਰੂ ਕਰ ਦੇਣਾ। ਅਤੇ ਪੰਜਾਬ ਦੇ ਵਿੱਚ ਵੀ ਜੇ ਆਪਾਂ ਕਹੀਏ ਕਿ ਬਹੁਤਾ ਲੰਬਾ ਸਮਾਂ ਨਹੀਂ, ਬੜੀ ਜਲਦੀ ਉਹਨਾਂ ਨੇ ਇਹ ਜਿਹੜੇ ਇੱਦਾਂ ਦੇ ਜਿਹੜੇ ਕਾਨੂੰਨ ਹੈਗੇ ਆ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਅੱਜ ਵੀ ਜੇ ਕੋਈ ਵੀ ਸਿੱਖ ਨੌਜਵਾਨ ਕੋਈ ਮਾੜੀ ਜਿਹੀ ਗੱਲ ਕਰਦਾ, ਉਹਨਾਂ ਨੂੰ ਚੱਕ ਕੇ ਉਹ ਕਾਨੂੰਨ ਲਾ ਕੇ, ਦਹਿਸ਼ਤਗਰਦੀ ਦੇ ਕਾਨੂੰਨ ਲਾ ਕੇ, ਹੋਰ ਵੱਖੋ ਵੱਖ ਜਿਹੜੇ ਹੈਗੇ ਅੱਤਵਾਦੀ ਕਹਿ ਕੇ ਉਹ ਜੇਲ੍ਹਾਂ 'ਚ ਸੁੱਟ ਦਿੰਦੇ ਆ। ਪਰ ਅੱਜ ਵੀ ਜਿਹੜਾ ਹੈਗਾ ਉਹ ਜੇਲ੍ਹਾਂ 'ਚ ਸੁੱਟਦੇ ਆ, ਪਰ ਉਹਨਾਂ ਦੀ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਜਾਂ ਕੋਈ ਪ੍ਰੂਫ ਤਾਂ ਉਹਨਾਂ ਦੇ ਕੋਲੇ ਆਪਣੇ ਕੋਲੇ ਹੈਗਾ ਨਾ, ਕਿ ਸਾਡਾ ਭੈਣ ਭਰਾ ਪੁੱਤ ਸਾਡਾ ਕਿਹੜੀ ਜੇਲ੍ਹ ਦੇ ਵਿੱਚ ਆ, ਕਿੱਥੇ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ, ਔਰ ਉਸ 'ਤੇ ਕੋਈ ਨਾ ਕੋਈ ਜਿਹੜੀ ਉਮੀਦ ਜਿਹੜੀ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ, ਹਾਲਾਂਕਿ ਆਪਾਂ ਦੇਖਦੇ ਹਾਂ ਕਿ ਜੋ ਆਪਣੇ ਜਿਹੜੇ ਯੋਧੇ ਹੈਗੇ ਆ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ, ਜਿਹੜੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ, ਕਿੰਨੇ ਸਾਲਾਂ ਤੋਂ ਉੱਥੇ ਜਿਹੜੇ ਅੰਦਰ ਬੈਠੇ ਹੋਏ ਆ, ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਕੋਈ ਉਮੀਦ ਜਿਹੜੀ ਹੁੰਦੀ ਆ, ਕੋਈ ਆਪਣੀ ਇਹ ਹੁੰਦੀ ਆ, ਆਸ ਹੁੰਦੀ ਆ ਕਿ ਸ਼ਾਇਦ ਆਉਣ ਵਾਲੇ ਸਾਲ 2 ਸਾਲ 4 ਸਾਲਾਂ ਦੇ ਵਿੱਚ ਆਪਣੇ ਜਿਹੜੇ ਨੌਜਵਾਨ ਆ ਜਿਹੜੇ ਉਹਨਾਂ ਨੂੰ ਤੋਂ ਛੱਡ ਦੇਣਗੇ ਜੇਲ੍ਹਾਂ 'ਚੋਂ, ਜਾਂ ਉਹ ਬਾਹਰ ਆ ਜਾਣਗੇ। ਪਰ ਸੋਚੋ ਜਦੋਂ ਇੱਦਾਂ ਦਾ ਕੋਈ ਕਾਨੂੰਨ ਬਣ ਗਿਆ, ਇੱਦਾਂ ਦੀਆਂ ਸਪੈਸ਼ਲ ਸਿਕਿਉਰਿਟੀ ਫੋਰਸਾਂ ਹੋਈਆਂ, ਇੱਦਾਂ ਦੀਆਂ ਤਾਕਤਾਂ ਇਹਨਾਂ ਦੇ ਕੋਲੇ ਹੋਈਆਂ ਕਿ ਜਿੱਥੇ ਕੋਈ ਕਾਰਵਾਈ ਨਹੀਂ ਹੋਣੀ, ਕੋਈ ਪ੍ਰੂਫ ਨਹੀਂ ਹੋਣਾ ਕਿ ਤੁਹਾਡਾ ਭੈਣ ਭਰਾ ਬੱਚਾ ਪਿਓ ਤੁਹਾਡੇ ਨੂੰ ਕਿੱਥੇ ਚੱਕ ਕੇ ਲੈ ਕੇ ਗਏ ਆ, ਕੌਣ ਲੈ ਕੇ ਗਏ ਆ, ਅਤੇ ਉਹਨਾਂ ਦੀ ਤੁਸੀਂ ਰਿਹਾਈ ਦੀ ਜਾਂ ਉਹਨਾਂ ਦੇ ਵਾਪਸ ਜਿੰਦਾ ਆਉਣ ਦੀ ਤੁਸੀਂ ਕਿਸ ਤਰੀਕੇ ਨਾਲ ਉਮੀਦ ਕਰ ਸਕੋਗੇ। ਸੋ ਇਹ ਗੱਲਾਂ 'ਤੇ ਸਾਰੇ ਬੜੀ ਡੂੰਘੀ ਵਿਚਾਰ ਕਰਨ ਦੀ ਲੋੜ ਹੈ ਜਿਹੜੀ ਹੈਗੀ ਆ। ਇਸੇ ਕਰਕੇ ਜਿਹੜੇ ਤੁਹਾਡੇ ਨਾਲ ਜਿਹੜੀ ਆਪਣੇ ਵਿਚਾਰ ਜਿਹੜਾ ਅੱਜ ਦਾ ਪ੍ਰੋਗਰਾਮ ਜਿਹੜਾ ਲੈ ਕੇ ਹਾਜ਼ਰ ਹੋਏ ਸੀਗੇ। ਸੋ ਤੁਸੀਂ ਵੀ ਜੇ ਕੋਈ
ਵਿਚਾਰ ਦੇਣੀ ਚਾਹੁੰਦੇ ਆ। ਤੇ WhatsApp ਨੰਬਰ ਜਿਹੜਾ ਹੈਗਾ ਉੱਪਰ ਆ ਰਿਹਾ 630 863 8686 6308638686 ਇੱਥੇ ਤੁਸੀਂ ਆਪਣੀ ਕਾਲ ਕਰਕੇ ਵਿਚਾਰ ਦੇ ਸਕਦੇ ਆ। ਸੋ ਕੋਸ਼ਿਸ਼ ਇਹੀ ਆ ਕਿ ਵੱਧ ਤੋਂ ਵੱਧ ਆਪਾਂ ਜਿਹੜੀ ਆਪਣੇ ਵੀਰਾਂ ਭਰਾਵਾਂ ਨੂੰ ਇਹ ਜਾਣਕਾਰੀ ਜਿਹੜੀ ਆ ਆਪਾਂ ਵੱਧ ਤੋਂ ਵੱਧ ਜ਼ਰੂਰ ਦਈਏ। ਇਹ ਵੀਡੀਓ ਜਿਹੜੀ ਹੈਗੀ ਆ ਜ਼ਰੂਰ ਸ਼ੇਅਰ ਕਰੋ। ਔਰ ਖਾਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਇਸ ਸਮੇਂ ਜਿਹੜੇ ਸੰਘਰਸ਼ ਕਰ ਰਹੇ ਆ, ਜਿਹੜੀਆਂ ਚਾਹੇ ਉਹ ਕਲਾਕਾਰ ਹੋਣ, ਚਾਹੇ ਉਹ ਜੋ ਜਿਹੜੇ ਵੀ ਹੈਗੇ ਵੀਰ ਉੱਥੇ ਆਪਣੇ ਨੌਜਵਾਨ ਵੀਰ ਹੈਗੇ ਉੱਥੇ ਬੈਠੇ ਹੋਏ ਹੈਗੇ, ਸੰਘਰਸ਼ ਕਰ ਰਹੇ ਆ। ਔਰ ਉਹ ਇਹ ਉਮੀਦ ਕਰ ਰਹੇ ਆ ਕਿ ਅਸੀਂ ਇਹ ਕਾਨੂੰਨ ਵਾਪਸ ਕਰਵਾ ਕੇ ਜਾਂ ਅਸੀਂ ਕੁਛ ਕਾਨੂੰਨ ਦੇ ਵਿੱਚ ਥੋੜ੍ਹੀ ਜਿਹੀ ਰਾਇਤ ਦਵਾ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੌਖੇ ਹੋ ਜਾਵਾਂਗੇ ਔਰ ਸਾਡੀ ਜਿਹੜੀ ਜਿੱਤ ਹੋ ਜੂਗੀ। ਉਹਨਾਂ ਤੱਕ ਜ਼ਰੂਰ ਜਿਹੜੀ ਇਹ ਵੀਡੀਓ ਜਿਹੜੀ ਆ ਪਹੁੰਚਦੀ ਕਰਿਓ ਤਾਂ ਉਹਨਾਂ ਨੂੰ ਜਿਹੜੀ ਇਹ ਜਾਣਕਾਰੀ ਮਿਲ ਸਕੇ। ਬੇਸ਼ੱਕ ਤੁਸੀਂ ਆਪਣੇ ਤੌਰ 'ਤੇ ਵੀ ਇਸ ਚੀਜ਼ ਦੀ ਜਿਹੜੀ ਖੋਜ ਕਰ ਸਕਦੇ ਆ, ਸਰਚ ਕਰ ਸਕਦੇ ਆ ਕਿ ਜੋ ਉੱਤਰ ਪ੍ਰਦੇਸ਼ ਸਪੈਸ਼ਲ ਸਿਕਿਉਰਿਟੀ ਫੋਰਸ ਐਕਟ ਜਿਹੜਾ 2020 ਦਾ ਜਿਹੜਾ ਬਣਿਆ, ਉਸ ਦੇ ਵਿੱਚ ਕੀ ਜਿਹੜਾ ਉਹਨਾਂ ਦਾ ਸਿਸਟਮ ਹੈਗਾ, ਕੀ ਉਹ ਕਰ ਸਕਦੀ ਹੈ, ਕੀ ਜਿਹੜੀ ਇਹ ਸਪੈਸ਼ਲ ਸਿਕਿਉਰਿਟੀ ਫੋਰਸ ਹੈ ਜਿਹੜੀ ਇਹਨਾਂ ਨੂੰ ਪਾਵਰਾਂ ਦਿੱਤੀਆਂ ਜਾ ਰਹੀਆਂ। ਜ਼ਰੂਰ ਤੁਸੀਂ ਆਪਣੇ ਤੌਰ 'ਤੇ ਵੀ ਇਸ ਚੀਜ਼ ਦੀ ਜਿਹੜੀ ਸਰਚ ਕਰੋ। ਸਰਚ ਕਰਕੇ ਨਾਲੇ ਤੁਹਾਨੂੰ ਜਿਹੜੀ ਇਸ ਚੀਜ਼ ਦੀ ਹੋਰ ਜਿਹੜੀ ਜਾਣਕਾਰੀ ਹੋ ਸਕਦਾ ਮੇਰੇ ਕੋਲ ਵੀ ਕੋਈ ਜਾਣਕਾਰੀ ਜਿਹੜੀ ਮਿਸ ਹੋ ਗਈ ਹੋਵੇ, ਤੁਸੀਂ ਹੋਰ ਵੀ ਜਿਹੜੀ ਜਾਣਕਾਰੀ ਇਹਦੇ ਬਾਰੇ ਸਰਚ ਕਰ ਸਕਦੇ ਆ। UPSSF 2020 ਕਰਕੇ ਜਿਹੜਾ ਤੁਸੀਂ ਜਾ ਕੇ ਸਰਚ ਕਰ ਸਕਦੇ ਆ ਔਰ ਇਹਦੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਜਿਹੜੇ ਭੈਣ ਭਰਾ ਜਿਹੜੇ ਹੈਗੇ ਆ, ਖਾਸ ਕਰਕੇ ਨੌਜਵਾਨ ਜਿਹੜੀ ਹੈਗੀ ਆ, ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਆ, ਜਿਹੜੇ ਉੱਥੇ ਸੰਘਰਸ਼ ਦੇ ਵਿੱਚ ਵੀ ਜਾ ਕੇ ਹਿੱਸਾ ਪਾ ਰਹੇ ਆ, ਉਹਨਾਂ ਤੱਕ ਉਹਨਾਂ ਦੇ ਨਾਲ ਸਾਰੇ ਜ਼ਰੂਰ ਇੱਕ ਦੂਜੇ ਨਾਲ ਸਾਂਝੀ ਕਰੋ ਤਾਂ ਜੋ ਆਪਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋ ਸਕੇ ਕਿ ਕਿਸੇ ਇੱਕ ਕਾਨੂੰਨ ਨੂੰ ਰੱਦ ਕਰਵਾ ਕੇ ਜਾਂ ਉਹਦੀਆਂ ਕੁਛ ਧਾਰਾਂ ਦੇ ਵਿੱਚ ਰਾਇਤ ਜਿਹੜੀ ਹੈਗੀ ਆ, ਜਾਂ MSP ਦੀ ਗੱਲ ਕਰਦੇ ਆ, ਮਿਨੀਮਮ ਸਪੋਰਟਿੰਗ ਪ੍ਰਾਈਸ ਦੀ ਜਿਹੜੀ ਗੱਲ ਕਰਦੇ ਆ, ਕਿ ਉਹ ਜੇ ਆਪਾਂ ਨੂੰ ਮਿਲ ਜਵੇ ਤੇ ਸ਼ਾਇਦ ਆਪਣਾ ਜਿਹੜਾ ਭਵਿੱਖ ਜਿਹੜਾ ਬਚ ਸਕਦਾ ਪੰਜਾਬ ਦੇ ਵਿੱਚ। ਪਰ ਇਹ ਆਪਾਂ ਨੂੰ ਭੁਲੇਖਾ ਜਿਹੜਾ ਬਿਲਕੁਲ ਕੱਢ ਦੇਣਾ ਚਾਹੀਦਾ ਆਪਣੇ ਮਨ ਦੇ ਵਿੱਚੋਂ ਕਿ ਇੱਕ ਇਹਨਾਂ ਕਾਨੂੰਨਾਂ ਦੇ ਨਾਲ ਜਾਂ ਕਿਸੇ ਇੱਕ ਰਾਇਤਾਂ ਦੇ ਨਾਲ। ਇੱਥੋਂ ਤੱਕ ਕਿ ਕੁਛ ਮੈਂ ਵੀਰ ਸੁਣਿਆ ਕਿ ਉਹ ਗੱਲ ਕਰਦੇ ਆ ਕਿ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਆ। ਬਿਲਕੁਲ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈਗਾ 1984 ਦੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਹੋਣ ਤੋਂ ਪਹਿਲਾਂ ਤੱਕ ਜਿਹੜੀ ਸਿੱਖ ਕੌਮ ਦੀ ਉਹ ਮੰਗ ਸੀਗੀ। ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਇੱਕੋ ਇੱਕ ਜਿਹੜਾ ਹੱਲ ਹੈਗਾ ਪੰਜਾਬ ਦੀ ਆਜ਼ਾਦੀ। ਪੰਜਾਬ ਦੀ ਆਜ਼ਾਦੀ ਤੋਂ ਬਿਨਾਂ ਜਿਹੜਾ ਸਿੱਖ ਕੌਮ ਦੀ ਜਿਹੜੀ ਹੋਂਦ ਆ ਜਾਂ ਪੰਜਾਬ ਨੂੰ ਉਹ ਬਚਾਇਆ ਨਹੀਂ ਜਾ ਸਕਦਾ। ਕਿਉਂਕਿ ਜੇ ਆਪਾਂ ਅੱਜ ਅਨੰਦਪੁਰ ਸਾਹਿਬ ਦੇ ਮਤੇ ਦੀ ਜਾਂ ਕੋਈ ਸਪੈਸ਼ਲ ਅਟਾਨਮੀ ਦੀ ਜਾਂ ਕੋਈ ਸਪੈਸ਼ਲ ਅਧਿਕਾਰਾਂ ਦੀ ਆਪਾਂ ਗੱਲ ਕਰਦੇ ਹਾਂ ਤੇ ਉਹ ਆਪਾਂ ਬਿਲਕੁਲ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪਹਿਲਾਂ ਤਾਂ ਸ਼ਾਇਦ ਇਸ ਚੀਜ਼ ਦਾ ਹੋ ਸਕਦਾ ਥੋੜ੍ਹਾ ਮੋਟਾ ਭੁਲੇਖਾ ਹੋਵੇ, ਪਰ ਹੁਣ ਆਪਾਂ ਸਪੈਸ਼ਲ ਆਪਣੀਆਂ ਅੱਖਾਂ ਦੇ ਸਾਹਮਣੇ ਆਪਾਂ ਦੇਖ ਹੀ ਲਿਆ ਕਿ ਕਿਵੇਂ ਜਿਹੜੀ ਜੰਮੂ ਕਸ਼ਮੀਰ 'ਚ ਜਿਹੜੀਆਂ ਇਹਨਾਂ ਨੇ ਜਿਹੜੇ ਸਪੈਸ਼ਲ ਜਿਹੜੇ ਉਹਨਾਂ ਨੂੰ ਅਧਿਕਾਰ ਮਿਲੇ ਹੋਏ ਸੀਗੇ, ਉਹ ਜਿਹੜੀ ਧਾਰਾ 370 ਉਹਨਾਂ ਨੇ ਖ਼ਤਮ ਕਰਕੇ ਤੇ ਕਿਵੇਂ ਉੱਥੇ ਲਗਾਤਾਰ ਜਿਹੜਾ ਸਾਲ ਹੋ ਗਿਆ ਜਿਹੜਾ ਉੱਥੇ ਜਿਹੜਾ ਉਹਨਾਂ ਨੇ ਲਾਕਡਾਊਨ ਕੀਤਾ ਹੋਇਆ, ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕੀਤਾ ਹੋਇਆ ਔਰ ਕਿੱਦਾਂ ਉਹਨਾਂ 'ਤੇ ਜਿਹੜੇ ਜ਼ੁਲਮ ਜਿਹੜੇ ਉਹ ਹੋ ਰਹੇ ਆ। ਸੋ ਇਹ ਗੱਲਾਂ ਆਪਾਂ ਇਹਨਾਂ ਸਾਰੀਆਂ ਗੱਲਾਂ ਨਾਲ ਆਪਣਾ ਜਿਹੜਾ ਭੁਲੇਖਾ ਜਿਹੜਾ ਹੈਗਾ ਬਿਲਕੁਲ ਮਨਾਂ 'ਚੋਂ ਦੂਰ ਹੋ ਜਾਣਾ ਚਾਹੀਦਾ ਕਿ ਸ਼ਾਇਦ ਕਿਸੇ ਇੱਕ ਕਾਨੂੰਨ ਦੇ ਫੇਰ ਬਦਲ ਕਰਨ ਦੇ ਨਾਲ ਚਾਹੇ ਜਾਂ ਸਾਨੂੰ ਪਤਾ ਨਹੀਂ ਉੱਥੇ ਜੇ ਕੋਈ ਉਹ ਵੱਧ ਅਧਿਕਾਰ ਆਪਾਂ ਨੂੰ ਮਿਲ ਜਾਣਗੇ ਤੇ ਜਿਹੜਾ ਪੰਜਾਬ ਦਾ ਭਵਿੱਖ ਜਿਹੜਾ ਉੱਥੇ ਬਚ ਜੂਗਾ। ਉਹ ਬਿਲਕੁਲ ਵੀ ਆਪਣੇ ਮਨ 'ਚੋਂ ਭੁਲੇਖੇ ਜਿਹੜੇ ਕੱਢ ਦੇਣੇ ਚਾਹੀਦੇ ਆ। ਕਿਉਂਕਿ ਜਿਹੜਾ ਇਹ ਜਿਹੜੇ ਸਰਕਾਰ ਜਿਹੜੀ ਹੈਗੀ ਆ, RSS ਦੀ ਜਿਹੜੀ ਆਈਡੀਓਲੋਜੀ ਹੈਗੀ ਆ, ਬਹੁਤ ਸਾਰੇ ਆਪਣੇ ਪ੍ਰਚਾਰਕ ਜਿਹੜੇ ਹੈਗੇ ਆ, ਆਪਣੇ ਖੋਜੀ ਜਿਹੜੇ ਹੈਗੇ, ਖੋਜੀ ਪ੍ਰਚਾਰਕ ਹਿਸਟੋਰੀਅਨ ਜਿਹੜੇ ਹੈਗੇ ਆ, ਉਹ ਪਹਿਲਾਂ ਵੀ ਇਹ ਗੱਲ ਬਹੁਤ ਵਾਰੀ ਉਹ ਦੱਸ ਚੁੱਕੇ ਆ ਕਿ ਜਿਹੜੀ ਇਹ RSS ਦੀ ਜਿਹੜੀ ਆਈਡੀਓਲੋਜੀ ਹੈਗੀ ਆ, ਇਹ ਜਿਹੜੀ ਬਿਲਕੁਲ ਹਿਟਲਰ ਦੀ ਜਿਹੜੀ ਹੈਗੀ ਆ ਉਸੇ 'ਤੇ ਆਪਣਾ ਕੰਮ ਕਰ ਰਹੇ ਆ। ਉਸੇ ਤਰੀਕੇ ਨਾਲ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਦਹਿਸ਼ਤ ਪਾਈ ਜਾ ਰਹੀ ਆ, ਔਰ ਠੀਕ ਉਸੇ ਤਰੀਕੇ ਦੇ ਨਾਲ ਜਿਹੜਾ ਮੀਡੀਆ ਜਿਹੜਾ ਹੈਗਾ ਉੱਥੋਂ ਦਾ ਕੰਟਰੋਲ ਕੀਤਾ ਹੋਇਆ ਔਰ ਦਹਿਸ਼ਤ ਜਿਹੜੀ ਪਾਈ ਹੋਈ ਹੈ। ਜੇ ਖਾਸ ਕਰਕੇ ਆਪਾਂ ਜਿਸ ਤਰੀਕੇ ਜਿਵੇਂ ਉਸ ਸਮੇਂ ਹਿਟਲਰ ਦੇ ਜਿਹੜੇ ਕਾਨੂੰਨ ਬਣਾਏ ਸੀਗੇ ਔਰ ਉਹਨੂੰ ਲਾਗੂ ਕਰਨ ਵਾਸਤੇ ਜਿਹੜੀ ਆਪਣੀ ਗਸਟੈਪੋ ਨਾਂ ਦੀ ਜਿਹੜੀ ਪੁਲਿਸ ਜਿਹੜੀ ਫੋਰਸ ਯੂਜ਼ ਕੀਤੀ ਸੀਗੀ ਕਿ ਕਿਵੇਂ ਜਿਹੜੇ ਯਹੂਦੀ ਸੀਗੇ ਉਹਨਾਂ ਨੂੰ ਐਜੂਕੇਸ਼ਨ ਸਿਸਟਮ ਦੇ ਵਿੱਚ ਉਹ ਤੋਂ ਉਹਨਾਂ ਨੂੰ ਬਾਹਰ ਕਰਨਾ,
ਕਿਵੇਂ ਜਿਹੜਾ ਹੈਗਾ ਉਹਨਾਂ ਦੇ ਨਿਊਜ਼ਪੇਪਰ ਮੀਡੀਆ ਜਿਹੜੇ ਹੈਗੇ ਆ, ਜਾਂ ਜਿਹੜਾ ਇੱਥੋਂ ਤੱਕ ਕਿ ਜਿਹੜਾ ਉਹਨਾਂ ਦੀ ਜਿਹੜੀ ਆ ਜਰਮਨੀ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਦੇ ਨਾਲ ਮੈਰਿਜ ਕਰਨ ਤੋਂ ਉਹਨਾਂ ਨੂੰ ਰੋਕਣਾ ਕਿ ਉਹਨਾਂ ਨਾਲ ਵਿਆਹ ਨਹੀਂ ਕਰ ਸਕਦੇ, ਮੈਰਿਜ ਨਹੀਂ ਕਰ ਸਕਦੇ। ਉਸੇ ਤਰੀਕੇ ਨਾਲ ਬਿਲਕੁਲ ਹੂ ਬਹੂ ਉਸੇ ਤਰੀਕੇ ਨਾਲ, ਚਾਹੇ ਉਹ ਲਫ਼ਜ਼ ਜਹਾਦ ਦਾ ਮਸਲਾ ਹੋਵੇ, ਚਾਹੇ ਉਹ ਐਜੂਕੇਸ਼ਨ ਸਿਸਟਮ ਦੇ ਵਿੱਚ, ਚਾਹੇ ਪੰਜਾਬ ਦੇ ਵਿੱਚ ਜਾਂ ਦੂਜਿਆਂ ਦੇ ਵਿੱਚ ਕਿੱਦਾਂ ਜਿਹੜਾ ਦੂਜੀਆਂ ਕੌਮਾਂ ਨੂੰ ਜਿਹੜਾ ਇਤਿਹਾਸ ਬਦਲਣ ਦੀ, ਇਤਿਹਾਸ ਖਰਾਬ ਕਰਨ ਦੀ ਗੱਲ ਹੋਵੇ, ਚਾਹੇ ਮੀਡੀਆ ਦੀ ਗੱਲ ਹੋਵੇ, ਬਿਲਕੁਲ ਉਸੇ ਤਰੀਕੇ ਨਾਲ ਹਿਟਲਰ ਦੀ ਨੀਤੀ ਦੇ ਚੱਲਦੇ ਹੋਏ ਜਿਹੜੀ ਅੱਜ ਦੀ ਜਿਹੜੀ ਸਰਕਾਰ ਜਿਹੜੀ ਹੈਗੀ ਆ, ਭਾਰਤ ਦਾ ਜਿਹੜਾ ਸਿਸਟਮ ਜਿਹੜਾ ਹੈਗਾ, ਮੋਦੀ ਸਰਕਾਰ ਜਿਹੜੀ ਹੈਗੀ ਹੈ, ਬਿਲਕੁਲ ਉਸੇ ਰਾਹ 'ਤੇ ਚੱਲ ਰਹੀ ਆ। ਔਰ ਇਹ ਗੱਲ ਜਿਹੜੀ ਮੋਦੀ ਦਾ ਬਿਆਨ ਆਉਣਾ ਕਿ ਗਦਾरों को ਕੱਪੜों से पहचाना जा सकता है, ਸੋ ਇਸ ਗੱਲ ਤੋਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿਵੇਂ ਦਿੱਲੀ ਦੇ ਵਿੱਚ ਜਦੋਂ ਕਤਲੇਆਮ ਹੋਇਆ ਸੀਗਾ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਇੱਕ ਮਤਲਬ ਕਹੀ ਨਹੀਂ ਸੀਗੀ, ਪਰ ਇਹ ਵਾਪਰੀ ਸੀਗੀ ਕਿ ਉਹਨਾਂ ਨੇ ਇਹ ਦੇਖਿਆ ਕਿ ਇਹ ਸਿੱਖ ਆ, ਇਸ ਦੇ ਹੱਥ ਵਿੱਚ ਕੜਾ ਪਾਇਆ ਹੋਇਆ, ਜਾਂ ਇਹਨੇ ਦਾੜੀ ਕੇਸ ਰੱਖੇ ਹੋਏ ਆ। ਇਹ ਉਹਨਾਂ ਨੇ ਕਿਸੇ ਨੇ ਇਹ ਨਹੀਂ ਦੇਖਿਆ ਕਿ ਇਹ ਕਾਂਗਰਸੀ ਆ, ਇਹ ਅਕਾਲੀ ਆ, ਇਹ ਕਿਸੇ ਹੋਰ ਪਾਰਟੀ ਨਾਲ ਜੁੜਿਆ ਹੋਇਆ ਹੈਗਾ, ਇਹ ਵੀ ਕਿਸੇ ਕਿਹੜੀ ਪਾਰਟੀ ਨਾਲ ਜੁੜਿਆ ਹੈਗਾ, ਜਾਂ ਇਹ ਉਹ ਫੌਜੀ ਆ ਜਿਹੜੇ ਉਸ ਭਾਰਤ ਦੇ ਲਈ ਹੱਦਾਂ 'ਤੇ ਜਿਹੜੇ ਲੜਦੇ ਆ। ਉਹਨਾਂ ਨੇ ਸਿਰਫ ਤੇ ਸਿਰਫ ਇਹ ਦੇਖਿਆ ਕਿ ਇਹ ਸਿੱਖ ਆ ਔਰ ਇਸ ਨੂੰ ਜਿਹੜਾ ਖ਼ਤਮ ਕਰ ਦਿੱਤਾ ਜਾਵੇ। ਔਰ ਜੋ ਅੱਜ ਦਾ ਜੋ ਪ੍ਰਧਾਨ ਮੰਤਰੀ ਹੈਗਾ, ਜੋ ਉਸ ਦਾ ਜਿਹੜਾ ਬਿਆਨ ਹੈਗਾ, ਇਹ ਤਾਂ ਉਸ ਤੋਂ ਵੀ ਵੱਧ ਕੇ ਹੈ। ਇਹਨੇ ਤਾਂ ਸਿਰਫ ਕੋਈ ਇੱਕ ਧਰਮ ਦੀ ਗੱਲ ਨਹੀਂ ਕੀਤੀ, ਤੇ ਸਿਰਫ ਸਿੱਧਾ ਹੀ ਇਹ ਜਿਹੜਾ ਉਹਦਾ ਕਹਿਣਾ ਕਿ ਗਦਾरों को उनके कपड़ों से पहचाना जा सकता है, ਇਹਦਾ ਮਤਲਬ ਜਿਨ੍ਹਾਂ ਦਾ ਪਹਿਰਾਵਾ, ਜਿਨ੍ਹਾਂ ਦੀ ਦਿੱਖ ਉਹਨਾਂ ਨਾਲ ਨਹੀਂ ਰਲਦੀ, ਉਹ ਸਾਰੇ ਗਦਾਰ ਆ। ਚਾਹੇ ਤੁਸੀਂ ਅੱਜ ਆਪਣੇ ਟਰੈਕਟਰਾਂ 'ਤੇ ਅਕਾਲੀਆਂ ਦੀਆਂ ਝੰਡੀਆਂ ਲਾ ਲਓ, ਚਾਹੇ ਤੁਸੀਂ ਆਪਣੇ ਟਰੈਕਟਰਾਂ 'ਤੇ ਅੱਜ ਕਾਂਗਰਸ ਦੀਆਂ ਝੰਡੀਆਂ ਲਾ ਲਓ, ਚਾਹੇ ਤੁਸੀਂ ਆਪਣੇ ਟਰੈਕਟਰਾਂ 'ਤੇ ਅੱਜ ਆਮ ਆਦਮੀ ਪਾਰਟੀ ਦੀਆਂ ਝੰਡੀਆਂ ਲਾ ਲਓ, ਚਾਹੇ ਤੁਸੀਂ ਕਿਸੇ ਹੋਰ ਪਾਰਟੀ ਦੀਆਂ ਝੰਡੀਆਂ ਲਾ ਲਓ, ਡਜ਼ਨਟ ਮੈਟਰ ਤੁਸੀਂ ਕਿਹੜੀ ਪਾਰਟੀ ਨਾਲ ਜੁੜੇ ਹੋ ਹੈਗੇ ਆ, ਕਿਹੜੀ ਪਾਰਟੀ ਦੀਆਂ ਝੰਡੀਆਂ ਤੁਸੀਂ ਲਾਈਆਂ ਹੋਈਆਂ, ਅਤੇ ਕਿਹੜੀ ਪਾਰਟੀ ਨੂੰ ਤੁਸੀਂ ਸਪੋਰਟ ਕਰਦੇ ਆ, ਕਿਹਨੂੰ ਵੋਟ ਪਾਉਂਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਗਦਾਰ ਜਿਹੜੇ ਹੈਗੇ ਆ, ਜੇ ਦੇਸ਼ ਦੇ ਗਦਾਰਾਂ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਦੇ ਮੋਦੀ ਸਰਕਾਰ ਦੇ, ਮੋਦੀ ਦੇ ਬਿਆਨ ਆਪਣੀ ਦਿੱਖ ਸਾਰੀ ਉਹਨਾਂ ਦੇ ਵਾਂਗ ਕਰ ਲਓ, ਆਪਣਾ ਸਭ ਕੁਝ ਛੱਡ ਦਿਓ, ਆਪਣੀ ਹੋਂਦ ਮਿਟਾ ਲਓ, ਫਿਰ ਤਾਂ ਤੁਸੀਂ ਬਚ ਸਕਦੇ ਆ। ਪਰ ਜੇ ਤੁਸੀਂ ਕਹਿੰਦੇ ਆ ਕਿ ਨਹੀਂ, ਸਾਡੀ ਵੱਖਰੀ ਹੋਂਦ ਆ, ਸਾਡੀ ਵੱਖਰੀ ਪਹਿਚਾਣ ਆ, ਸਾਡਾ ਪਹਿਰਾਵਾ ਵੱਖਰਾ, ਸਾਡੀ ਬੋਲੀ ਵੱਖਰੀ ਆ, ਸਾਡੀ ਦਿੱਖ ਵੱਖਰੀ ਆ, ਫਿਰ ਉਹਨਾਂ ਦੇ ਅਕੋਰਡਿੰਗਲੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਗਦਾਰ ਹੋਵੋਗੇ। ਚਾਹੇ ਤੁਸੀਂ ਉਹਨਾਂ ਨੂੰ ਵੋਟ ਪਾਈ ਆ, ਚਾਹੇ ਨਹੀਂ ਪਾਈ, ਤੁਸੀਂ ਉਹਨਾਂ ਦੇ ਲਈ ਗਦਾਰ ਹੀ ਹੋਵੋਗੇ। ਚਾਹੇ ਤੁਸੀਂ ਬੀਜੇਪੀ ਨੂੰ ਵੀ ਵੋਟ ਪਾਈ ਆ, ਪਰ ਫਿਰ ਵੀ ਤੁਸੀਂ ਗਦਾਰ ਹੋਵੋਗੇ, ਕਿਉਂਕਿ ਤੁਹਾਡੀ ਪਹਿਚਾਣ ਹੈ ਜਿਹੜੀ, ਤੁਹਾਡਾ ਪਹਿਰਾਵਾ, ਜਿਹੜੇ ਤੁਹਾਡੇ ਕੱਪੜੇ ਜਿਹੜੇ ਉਹਨਾਂ ਤੋਂ ਵੱਖਰੇ ਹੋਣਗੇ। ਸੋ ਇਹ ਜਿਹੜਾ ਹੈਗਾ ਭਾਰਤ ਦਾ ਜਿਹੜਾ ਹੈਗਾ ਭਵਿੱਖ ਹੈਗਾ, ਖਾਸ ਕਰਕੇ ਆਪਾਂ ਜੇ ਪੰਜਾਬ ਦੀ ਗੱਲ ਕਰਦੇ ਹਾਂ, ਅਤੇ ਪੰਜਾਬ ਦਾ ਜਿਹੜਾ ਭਵਿੱਖ ਹੈਗਾ, ਸਿੱਖ ਕੌਮ ਦਾ ਭਵਿੱਖ ਹੈਗਾ, ਇਹ ਆਪਣੇ ਸਾਹਮਣੇ ਆ। ਸੋ ਆਪਾਂ ਇਸ ਗੱਲ 'ਤੇ ਵਿਚਾਰ ਕਰਨੀ ਹੈ ਕਿ ਆਪਾਂ ਪੰਜਾਬ ਦੀ ਆਪਣੀ ਹੋਂਦ ਆ ਜਿਹੜੀ, ਆਪਾਂ ਉਸ ਨੂੰ ਖ਼ਤਮ ਕਰਨਾ। ਉਹ ਹਰ ਤਰੀਕੇ ਨਾਲ ਜਿਹੜਾ ਆਪਣਾ ਉਹ ਕੋਸ਼ਿਸ਼ ਕਰ ਰਹੇ ਆ, ਔਰ ਸਿੱਧੇ ਤਰੀਕੇ ਉਹਨਾਂ ਨੇ ਕਹਿਣਾ ਵੀ ਸ਼ੁਰੂ ਕਰਤਾ, ਔਰ ਨਾਲ ਦੀ ਨਾਲ ਜੋ ਉਹ ਆਪਣੀਆਂ ਗੱਲਾਂ ਕਹਿ ਰਹੇ ਆ ਉਸ ਨੂੰ ਲਾਗੂ ਕਰਨ ਵਾਸਤੇ ਇੱਦਾਂ ਦੇ ਸਪੈਸ਼ਲ ਸਿਕਿਉਰਿਟੀ ਫੋਰਸਿਸ ਬਣਨੀਆਂ ਤਿਆਰ ਸ਼ੁਰੂ ਹੋ ਗਈਆਂ। ਅੱਜ ਆਪਾਂ ਗੱਲ ਕਰਦੇ ਹਾਂ ਕਿ ਜੋ ਕਿਤੇ ਪ੍ਰੋਟੈਸਟ ਹੁੰਦੇ ਆ, ਆਪਾਂ ਕਈ ਵਾਰੀ ਫੇਸਬੁੱਕ 'ਤੇ, ਸੋਸ਼ਲ ਮੀਡੀਆ 'ਤੇ ਰਾਹੀਂ ਆਪਾਂ ਪੋਸਟਾਂ ਦੇਖਦੇ ਹਾਂ ਕਿ ਪੁਲਿਸ ਵਾਲਿਆਂ ਦੀ ਵਰਦੀ ਦੇ ਵਿੱਚ ਜਾਂ ਕਿਸੇ ਫੌਜੀਆਂ ਦੀ ਵਰਦੀ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਇਹਨਾਂ ਦੇ ਉੱਪਰ ਨਾਮ ਦੇ ਉੱਪਰ ਨੇਮ ਪਲੇਟ ਹੈ ਨਹੀਂ ਗੀ, ਇਹ ਪੁਲਿਸ ਵਾਲੇ ਨਹੀਂ, ਇਹ ਬੰਦੇ ਕੌਣ ਆ। ਅੱਜ ਉਹ ਬੇਸ਼ੱਕ ਲੁਕਵੇਂ ਤੌਰ 'ਤੇ ਕੰਮ ਕਰ ਰਹੇ ਆ, ਸਪੈਸ਼ਲ ਜਿਹੜੀਆਂ ਉਹਨਾਂ ਨੇ ਆਪਣੀਆਂ ਜਿਹੜੀਆਂ ਬਣਾਈਆਂ ਹੋਈਆਂ ਇੱਦਾਂ ਦੀਆਂ ਫੋਰਸਾਂ ਬਣਾਈਆਂ ਹੋਈਆਂ ਲੁਕਵੇਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਿੱਧੇ ਤੌਰ ਤੇ, ਸਪਸ਼ਟ ਤੌਰ ਤੇ ਕੰਮ ਕਰਨ ਜਾ ਰਹੇ ਆ। ਔਰ ਇਹ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਇੱਕ ਕੰਮ, ਜਿਹੜਾ ਐਕਟ, ਜਿਹੜਾ UPSSF ਐਕਟ 2020 ਜਿਹੜਾ ਲਾਗੂ ਹੋ ਚੁੱਕਿਆ, ਔਰ ਆਉਣ
ਲਾਗੂ ਹੋਊਗਾ। ਔਰ ਬਾਕੀ ਦੇ ਜਿੱਥੇ ਸਟੇਟਾਂ ਜਿੱਥੇ ਜਿੱਥੇ ਥੋੜ੍ਹੀ ਜਿਹੀ ਵੀ ਕੋਈ ਉਹਨਾਂ ਦੇ ਸਿਸਟਮ ਦੇ ਖਿਲਾਫ ਜਿਹੜੀ ਆਵਾਜ਼ ਉੱਠਦੀ ਆ, ਇਹ ਹਰ ਉਸ ਸਟੇਟ ਦੇ ਵਿੱਚ ਹਰ ਉਸ ਥਾਂ ਤੇ ਜਿੰਨਾ ਚਿਰ ਆਪਾਂ ਪੰਜਾਬ ਨੂੰ ਪੂਰਨ ਤੌਰ ਤੇ ਉਸ ਪਿੰਜਰੇ ਚੋਂ ਆਜ਼ਾਦ ਨਹੀਂ ਕਰਾ ਲੈਂਦੇ, ਉਹਨਾਂ ਹੁੰਦਾ ਜਿਹੜੀ ਨਹੀਂ ਬਚ ਸਕਦੀ। ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀ ਇਸ ਵਿਸ਼ੇ ਤੇ ਖੁੱਲ੍ਹ ਕੇ ਗੱਲਬਾਤ ਕਰਾਂਗੇ, ਪਰ ਮੈਂ ਥੋੜ੍ਹਾ ਜਿਹਾ ਇੱਕ ਹਿੰਟ ਜਿਹੜਾ ਆਪਾਂ ਗੱਲ ਜਾਂਦੇ ਜਾਂਦੇ ਜ਼ਰੂਰ ਕਰਨੀ ਚਾਹੁੰਦਾ ਕਿ ਆਪਾਂ ਕਈ ਵਾਰੀ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਆਪਣੇ ਬਹੁਤ ਸਾਰੇ ਵਿਚਾਰ ਹੁੰਦੇ ਆ, ਕਈ ਵੀਰਾਂ ਦੇ ਸਵਾਲ ਹੁੰਦੇ ਆ ਕਿ ਜੇ ਖਾਲਿਸਤਾਨ ਬਣ ਗਿਆ ਤਾਂ ਸਾਡਾ ਤਖਤ ਜਿਹੜਾ ਹੈਗਾ ਉਹ ਬਾਹਰ ਰਹਿ ਜਾਣੇ ਆ, ਪੰਜਾਬ ਤੋਂ ਤਖਤ ਬਾਹਰ ਰਹਿ ਜਾਣੇ ਆ। ਪਰ ਤੁਸੀਂ ਸੋਚ ਕੇ ਦੇਖੋ, ਜੇ ਇੱਦਾਂ ਦੀਆਂ ਫੋਰਸਾਂ ਬਣਦੀਆਂ, ਇੱਦਾਂ ਦਾ ਸਿਸਟਮ ਜਿਹੜਾ ਉਹ ਬਣਾਉਣ ਜਾ ਰਹੇ ਆ, ਕੀ ਤੁਸੀਂ ਪੰਜਾਬ ਵਾਲੇ ਤਖਤ ਵੀ ਬਚਾ ਸਕੋਗੇ? ਆਪਾਂ ਬਾਹਰਲੇ ਤਖਤ ਜਾਂ ਬਾਹਰਲੇ ਉਹਨਾਂ ਦੀ ਆਪਾਂ ਵਿਚਾਰ ਕਰਦੇ ਹਾਂ, ਉਹਨਾਂ ਦੇ ਬਾਰੇ ਸੋਚਦੇ ਹਾਂ, ਪਰ ਕੀ ਪੰਜਾਬ ਵਾਲੇ ਤਖਤ, ਕੀ ਪੰਜਾਬ ਬਚਾ ਸਕੋਗੇ? ਤਖਤਾਂ ਦੀ ਗੱਲ ਦੂਰ ਆ, ਕਿ ਪੰਜਾਬ ਬਚਾ ਸਕਾਂਗੇ ਆਪਾਂ? ਇਸ ਚੀਜ਼ 'ਤੇ ਜ਼ਰੂਰ ਵਿਚਾਰ ਕਰਿਓ, ਜ਼ਰੂਰ ਸੋਚਿਓ ਇਸ ਗੱਲ ਦੇ ਬਾਰੇ। ਅਤੇ ਜੋ ਅੱਜ ਜਿਹੜਾ ਇਹ ਤੁਹਾਡੇ ਨਾਲ ਜਿਹੜੀ ਵੀਡੀਓ ਸਾਂਝੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ, ਜ਼ਰੂਰ ਇਸ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਜਿਹੜੀ ਸਾਰਿਆਂ ਤੱਕ ਜਿਹੜੀ ਇਹ ਜਾਣਕਾਰੀ ਜਿਹੜੀ ਪਹੁੰਚ ਸਕੇ। ਸੋ ਅੱਜ ਦਾ ਆਪਾਂ ਜਿਹੜਾ ਪ੍ਰੋਗਰਾਮ ਆ ਜਿਹੜਾ ਆਪਾਂ ਇੱਥੇ ਸਮਾਪਤ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਾਂ ਅਗਲੇ ਐਤਵਾਰ ਜਿਹੜਾ ਹੈਗਾ ਇਸੇ ਸਮੇਂ ਆਪਣਾ ਜਿਹੜਾ ਪੰਥਕ ਸੱਤ ਪ੍ਰੋਗਰਾਮ ਲੈ ਕੇ ਜਿਹੜੀ ਤੁਹਾਡੇ ਕਚਹਿਰੀ ਵਿੱਚ ਜਿਹੜੇ ਜ਼ਰੂਰ ਜਿਹੜੇ ਹਾਜ਼ਰ ਹੋਵਾਂਗੇ। ਸੋ ਆਪਾਂ ਅੱਜ ਦਾ ਸੋ ਇਜਾਜ਼ਤ ਦਿਓ ਜੀ। ਵਾਹਿਗੁਰੂ।